ਗਿਆਨ ਧਿਆਨ ਪੂਰਨ ਪਰਮੇਸ਼ਰ। ਗਿਆਨ ਧਿਆਨ ਪੂਰਨ ਪਰਮੇਸ਼ਰ। ਹਰ ਹਰ ਕਥਾ ਨਿਤ ਸੁਣੀਐ ਰਾਮ। ਅਨਹਦ ਚੋਜ ਭਗਤ ਭਵ ਭੰਜਨ। ਅਨਹਦ ਚੋਜ ਭਗਤ ਭਵ ਭੰਜਨ। ਅਨਹਦ ਬਾਜੈ ਧੁਨੀਐ ਰਾਮ। ਅਨਹਦ ਚੁਨਕਾਰੇ ਤਤ ਵਿਚਾਰੇ। ਸੰਤ ਗੋਸ਼ਟ ਨਿਤ ਹੋਵੈ। ਹਰ ਨਾਮ ਰਾਧੇ ਮੈਲ ਸਭ ਕਾਟੇ। ਕਿਲ ਵਿਖ ਸਗਲੇ ਖੋਵੈ। ਤਹ ਜਨਮ ਨ ਮਰਨਾ ਆਵਣ ਜਾਣਾ। ਬਹੁੜ ਨ ਪਾਈਐ ਚੋਨੀਐ। ਨਾਨਕ ਗੁਰ ਪਰਮੇਸ਼ਰ ਪਾਇਆ। ਜਿਸ ਪ੍ਰਸਾਦ ਇਛ ਪੁੰਨੀਐ। ਨਾਨਕ ਗੁਰ ਪਰਮੇਸ਼ਰ ਪਾਇਆ। ਜਿਸ ਪ੍ਰਸਾਦ ਇਛ ਪੁੰਨੀਐ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੁਆਰਾ ਜੁੜ ਬੈਠੇ ਗੁਰੂ ਪਿਆਰਿਓ, ਆਪ ਬੜੇ ਵਡਭਾਗੇ ਹੋ। ਸਾਹਿਬ ਪਾਤਸ਼ਾਹ ਜੀ ਦੀ ਮਿਹਰ ਸਦਕਾ ਆਪਾਂ ਸਤ ਸੰਗਤ ਵਿੱਚ ਜੁੜੇ ਹਾਂ। ਆਓ ਗੁਰਫਤਿਹ ਦੀ ਸਾਂਝ ਪਾਈਏ, ਬਾਣੀ ਦੀ ਵਿਚਾਰ ਆਰੰਭ ਕਰੀਏ। ਇੱਕੇ ਵਾਰ ਕਹਿਣ ਤੇ ਸਭ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਸੂਹੀ ਰਾਗ ਦੇ ਵਿੱਚੋਂ ਆਪਾਂ ਸੁਣ ਰਹੇ ਹਾਂ। ਸੋ ਗੁਰੂ ਪਾਤਸ਼ਾਹ ਜੀ ਦੀ ਮਿਹਰ ਹੋਈ ਹੈ ਸਾਡੇ ਜੀਵਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਉਹ ਵਾਹਿਗੁਰੂ ਪਾਤਸ਼ਾਹ ਗਿਆਨ ਦੇ ਰੂਪ ਚ, ਗੁਰੂ ਦੇ ਰੂਪ ਚ ਥੋੜੀ ਥੋੜੀ ਇਉਂ ਕਹਿ ਲਈਏ ਜਿਵੇਂ ਸਰੀਰ ਨੂੰ ਵਧਣ ਦੇ ਲਈ, ਸਰੀਰ ਦੇ ਵਿਕਾਸ ਵਾਸਤੇ ਮਨੁੱਖ ਲੋੜੀ ਦੀ ਖੁਰਾਕ ਪ੍ਰਾਪਤ ਕਰਦਾ ਹੈ। ਇਵੇਂ ਜਿਵੇਂ ਉਹ ਗੁਰੂ ਸਾਡਾ ਸੱਚਾ ਪਾਤਸ਼ਾਹ ਸਾਡੇ ਆਤਮਿਕ ਵਿਕਾਸ ਦੇ ਲਈ, ਆਤਮਿਕ ਵਾਧੇ ਦੇ ਲਈ ਰੋਜ਼ਾਨਾ ਥੋੜੀ ਥੋੜੀ ਸਾਨੂੰ ਬਾਣੀ ਦੀ ਦਾਤ ਦੇ ਕੇ, ਕੀਰਤਨ ਦੀ ਦਾਤ ਦੇ ਕੇ, ਸਿਮਰਨ ਦੀ ਦਾਤ, ਸੇਵਾ ਦੀ ਦਾਤ, ਸਤ ਸੰਗਤ ਦੀ ਦਾਤ ਦੇ ਕੇ ਸਾਡੀ ਰੂਹ ਨੂੰ, ਸਾਡੀ ਜਿੰਦ ਨੂੰ ਨਰੋਆ ਰੱਖਦਾ, ਆਤਮਿਕ ਵਿਕਾਸ ਵਿੱਚ ਵਾਧਾ ਕਰਦਾ ਹੈ। ਸੋ ਸਾਡੇ ਵੱਡੇ ਭਾਗ ਨੇ ਅਸੀਂ ਰੂਹ ਦੀ ਖੁਰਾਕ ਪ੍ਰਾਪਤ ਕਰਦੇ ਹਾਂ। ਗੁਰਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ ਗਿਆਨ ਧਿਆਨ ਪੂਰਨ ਪਰਮੇਸ਼ਰ। ਹਰ ਹਰ ਕਥਾ ਨਿਤ
ਸੁਣੀਐ ਰਾਮ। ਇਹ ਰੂਹ ਦੀ ਖੁਰਾਕ ਆ। ਗਿਆਨ, ਸ਼ੁੱਧ ਗਿਆਨ, ਧਿਆਨ, ਸਾਡਾ ਮਨ ਸਾਡੇ ਅੰਦਰ ਦੇ ਵਿਚਾਰ, ਅੰਦਰ ਦੇ ਖਿਆਲ ਕੇਵਲ ਤੇ ਕੇਵਲ ਗੁਰੂ ਨਾਲ ਜੁੜੇ ਹੋਣ। ਇਕਾਗਰ ਚਿੱਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸਾਡਾ ਧਿਆਨ ਇੱਕ ਥਾਂ ਤੇ ਹੋਏ ਬਸ। ਜੇ ਸਾਡਾ ਧਿਆਨ ਇੱਕ ਗੁਰੂ ਤੇ ਹੋਵੇ, ਇੱਕ ਗੁਰੂ ਦੇ ਗਿਆਨ ਤੇ ਸਤ ਸੰਗਤ ਦੇ ਵਿੱਚੋਂ ਵਿਚਾਰ ਜੋ ਪ੍ਰਾਪਤ ਕਰਦੇ ਆ ਉੱਥੇ ਹੋਵੇ, ਤੇ ਫਿਰ ਪਾਤਸ਼ਾਹ ਜੀ ਕਹਿੰਦੇ ਤੇਰੀ ਸਤ ਸੰਗਤ ਕੀਤਿਆਂ, ਰੂਹ ਦੀ ਖੁਰਾਕ ਪ੍ਰਾਪਤ ਕੀਤਿਆਂ ਸਫਲ ਹੋ ਜਾਵੇਗੀ। ਇਉਂ ਮੰਨ ਲਵੋ ਜਿਵੇਂ ਭੋਜਨ ਸਭ ਸਕਦੇ ਨੇ, ਕਿਸੇ ਦੇ ਹਜਮ ਆ ਜਾਂਦਾ, ਕਿਸੇ ਦੇ ਹਜਮ ਨਹੀਂ ਆਉਂਦਾ। ਜਿਸ ਦੇ ਭੋਜਨ ਹਜਮ ਨਹੀਂ ਆਉਂਦਾ ਤੇ ਆਪਾਂ ਨੂੰ ਪਤਾ ਉਹ ਮਨੁੱਖ, ਉਹ ਵਿਅਕਤੀ ਕੀ ਕਹਿੰਦਾ, ਨਾ ਛਕਦੇ ਤਾਂ ਵਧੀਆ ਸੀ। ਇਵੇਂ ਜਿਵੇਂ ਸਾਡੇ ਅੰਦਰ ਜਦੋਂ ਉਸ ਵਾਹਿਗੁਰੂ ਜੀ ਨੇ ਕੰਨਾਂ ਦੇ ਰਾਹੀਂ ਸੁਰਤ ਦੇ ਨਾਲ, ਸੁਰਤ ਦੇ ਟਿਕਾ ਨਾਲ ਰੂਹ ਦੀ ਖੁਰਾਕ ਗਿਆਨ, ਸਿਮਰਨ, ਕੀਰਤਨ ਦੀ ਦਾਤ ਬਖਸ਼ਿਸ਼ ਕਰਨੀ ਹੈ ਨਾ, ਚੇਤਾ ਰੱਖਿਓ ਜੇ ਧਿਆਨ ਗੁਰੂ ਨਾਲ ਜੁੜਿਆ ਹੋਇਆ ਤੇ ਹਜਮ ਜ਼ਰੂਰ ਆਵੇਗੀ। ਸਾਨੂੰ ਉਹ ਖੁਰਾਕ ਮਿਲੇਗੀ ਜ਼ਰੂਰ, ਅੰਦਰ ਤਾਕਤ ਜ਼ਰੂਰ ਪਾਵੇਗੀ। ਪਰ ਜੇ ਧਿਆਨ ਨਹੀਂ ਜੁੜਿਆ ਤਾਂ ਫਿਰ ਚੇਤਾ ਰੱਖੋ ਸਾਨੂੰ ਕਹਿਣਾ ਪਵੇਗਾ ਕੋਈ ਫਾਇਦਾ ਨਹੀਂ ਹੋਇਆ ਅੰਘਾਏ ਮਰਨ ਦਾ। ਨੀਂਦ ਤਿਆਗਣ ਦਾ ਕੋਈ ਫਾਇਦਾ ਨਹੀਂ ਹੋਇਆ, ਠੰਡ 'ਚ ਮਰਨ ਦਾ ਕੋਈ ਫਾਇਦਾ ਨਹੀਂ ਹੋਇਆ, ਚੱਲ ਕੇ ਆਏ ਆ ਕੋਈ ਫਾਇਦਾ ਨਹੀਂ ਹੋਇਆ। ਖੁਦ ਬੰਦਾ ਆਪ ਕਹੂਗਾ, ਕਹਿੰਦੇ ਵੀ ਨੇ ਬਹੁਤ। ਨਿੱਕੀਆਂ ਨਿੱਕੀਆਂ ਗੱਲਾਂ ਨੇ ਇਹ ਗੱਲਾਂ ਆਪਾਂ ਆਮ ਰਸਤੇ ਵਿੱਚ ਖੜ ਕੇ ਮੁੜਦੀ ਸੰਗਤ ਤੋਂ ਸੁਣ ਸਕਦੇ ਹਾਂ। ਇੱਕ ਉਹ ਕਵੇਗਾ ਵੀ ਬੜਾ ਫਾਇਦਾ ਹੋਇਆ, ਅੰਮ੍ਰਿਤ ਵੇਲੇ ਦਾ ਜਾਗਣਾ ਮੇਰਾ, ਗੁਰੂ ਕੋਲੇ ਆ ਕੇ ਕੁਝ ਵਿਚਾਰ, ਬਾਣੀ, ਕੀਰਤਨ, ਰੱਬੀ ਕਥਾ ਸੁਣ ਕੇ ਕੁਝ ਨਾ ਕੁਝ ਮੈਨੂੰ ਫਾਇਦਾ ਹੋਇਆ। ਫਾਇਦਾ ਕੀ? ਅੱਧਾ ਘੰਟਾ, ਘੰਟਾ ਜੋ ਕੁਝ ਸੁਣਿਆ ਉਹਦੇ ਵਿੱਚੋਂ ਇੱਕ ਅੱਧਾ ਅੱਖਰ ਵੀ ਹਿਰਦੇ 'ਚ ਘਰ ਕਰ ਗਿਆ, ਸਾਡਾ ਆਉਣਾ ਸਫਲ ਆ। ਫਿਰ ਅੱਗੇ ਗੁਰੂ ਸਾਹਿਬ ਨੇ ਲਿਖਿਆ ਕੀ ਆ? ਪਾਤਸ਼ਾਹ ਜੀ ਕਹਿੰਦੇ ਹਰ ਹਰ ਕਥਾ, ਕੇਵਲ ਰੱਬ ਦੀ ਕਥਾ, ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਗੱਲਬਾਤ, ਉਹਦੇ ਵਿਚਾਰ ਨਿਤ ਸੁਣੀਐ ਰਾਮ। ਤਾਂ ਇਹ ਕੰਮ ਨਿਤ ਕਰਨਾ, ਸੁਣਨਾ, ਗੁਰੂ ਦਾ ਗਿਆਨ ਪ੍ਰਾਪਤ ਕਰਨਾ, ਗਿਆਨ ਨੂੰ ਅੱਗੋਂ ਪੂਰੇ ਧਿਆਨ ਦੇ ਨਾਲ ਆਪਣੇ ਆਪ ਨੂੰ ਇਉਂ ਕਹਿ ਲਓ ਟਿਕਾ ਕੇ ਹਜਮ ਕਰਨਾ। ਮਤਲਬ ਸੁਣ ਕੇ ਅੰਦਰ ਸਵੀਕਾਰ ਕਰ ਲੈਣਾ ਵੀ ਹਾਂ ਜੋ ਗੁਰੂ ਕਹਿੰਦਾ ਉਹ ਸੱਤ ਆ, ਉਹਨੂੰ ਸੁਣ ਲੈਣਾ, ਹਜਮ ਕਰ ਲੈਣਾ। ਇਹ ਤੇਰੀ ਰੂਹ ਦੀ ਖੁਰਾਕ ਤੇਰੇ ਅਧਿਆਤਮਕ ਵਿਕਾਸ ਵਿੱਚ ਬਹੁਤ ਵਾਧਾ ਕਰੇਗੀ। ਜਿਵੇਂ ਚੰਗੀ ਖੁਰਾਕ ਸਰੀਰ ਦੀ ਤਾਕਤ 'ਚ ਵਾਧਾ ਕਰਦੀ ਹੈ ਨਾ, ਇਵੇਂ ਜਿਵੇਂ ਗੁਰਬਾਣੀ ਨੂੰ ਰੋਜ਼ ਨਿਤ ਦਿਹਾੜੇ ਸੁਣਨਾ, ਨਿਤ ਦਿਹਾੜੇ ਪੜ੍ਹਨਾ ਤੇ ਵਿਚਾਰ ਕਰਨੀ। ਚੇਤਾ ਰੱਖਿਓ ਸੁਣਨ ਤੇ ਪੜ੍ਹਨ ਤੋਂ ਉੱਪਰ ਕੀ ਹੈ? ਵਿਚਾਰ ਆ। ਤੇ ਉਹ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ, ਆਪਣੀ ਰੂਹ ਦਾ ਇੱਕ ਹਿੱਸਾ ਬਣਾਉਣਾ, ਧਿਆਨ ਲਾ ਕੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ, ਆਪਣਾ ਇਕਾਗਰ ਚਿੱਤ ਹੋਵੇ। ਰੱਬੀ ਉਸਤਤ ਵਡਿਆਈ ਵਿਚਾਰ ਕਰਨ ਲੱਗਿਆ। ਫਿਰ ਪਾਤਸ਼ਾਹ ਜੀ ਕਹਿੰਦੇ ਨਾ, ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨਿਤ ਸੁਣੀਐ ਰਾਮ। ਤੂੰ ਰੋਜ਼ ਸੁਣਨੀ ਆ। ਹੁਣ ਕਈ ਵਾਰ ਇੱਥੇ ਆਪਣੀ ਵਿਚਾਰ ਆ ਵੀ, ਰੱਬੀ ਪਿਆਰਿਆਂ ਨੂੰ ਮਨੁੱਖ ਪੁੱਛ ਲੈਂਦਾ ਜੀ ਸਾਨੂੰ ਸਤ ਸੰਗਤ ਕਰਨੀ ਰੋਜ਼ ਜ਼ਰੂਰੀ ਆ ਜੀ, ਸਾਨੂੰ ਬਾਣੀ ਪੜ੍ਹਨੀ ਰੋਜ਼ ਜ਼ਰੂਰੀ ਆ। ਕਈ ਵਾਰ ਆਪਾਂ ਇੱਕ ਦੂਜੇ ਨੂੰ ਪੁੱਛ ਲੈਂਦੇ ਹਾਂ। ਦੇਖੋ ਉੱਥੇ ਬੰਦਾ ਇਹ ਗੱਲ ਕਵੇ
ਵੀ ਮੈਂ ਆਪਣੇ ਵੱਲੋਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਵੀ ਰੋਜ਼ ਬਾਣੀ ਪੜ੍ਹਨੀ, ਰੋਜ਼ ਸਤ ਸੰਗਤ ਕਰਨੀ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ, ਪਰ ਮੇਰਾ ਗੁਰੂ ਕਹਿੰਦਾ, ਉਹ ਰੋਜ਼ ਕਹਿੰਦਾ ਵੀ ਤੂੰ ਇਹ ਕੰਮ ਰੋਜ਼ ਕਰਨਾ। ਰੋਜ਼ ਵਿੱਚ ਤਾਕਤ ਆ ਨਾ, ਬਾਰ-ਬਾਰ ਚ ਤਾਂ ਤਾਕਤ ਆ ਗਈ। ਹੁਣ ਗੁਰੂ ਨੇ ਕੀ ਕਹਿਤਾ, ਹਰ ਹਰ ਕਥਾ ਨਿਤ ਸੁਣੀਐ ਰਾਮ। ਹੁਣ ਇਹ ਪੰਜਵੇਂ ਪਾਤਸ਼ਾਹ ਨੇ ਕਿਹਾ, ਜੇ ਤਾਂ ਪੰਜਵੇਂ ਪਾਤਸ਼ਾਹ ਨਾਲੋਂ ਅਸੀਂ ਵੱਡੇ ਆ ਫਿਰ ਤਾਂ ਅਸੀਂ ਫੈਸਲਾ ਦੇ ਸਕਦੇ ਹਾਂ, ਤੇ ਜੇ ਪੰਜਵੇਂ ਪਾਤਸ਼ਾਹ ਨਾਲੋਂ ਅਸੀਂ ਨਚੀਜ਼ ਮੰਨਦੇ ਹਾਂ ਆਪਣੇ ਆਪ ਨੂੰ, ਤੇ ਫਿਰ ਕਹਾਂਗੇ ਭਾਈ ਗੁਰੂ ਕਹਿੰਦਾ ਸਾਡਾ ਕੋਈ ਆਪਣਾ ਪੱਖ ਨਹੀਂ ਹੈ ਵੀ ਅਸੀਂ ਤੁਹਾਨੂੰ ਕਹੀਏ ਤੁਸੀਂ ਰੋਜ਼ ਇਹ ਕੰਮ ਕਰੋ। ਗੁਰੂ ਕਹਿੰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਵਿਗਣ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਪੜੋ ਸੁਣੋ। ਉੱਥੇ ਕੀ ਲਿਖਿਆ, ਨਿਤ ਭਾਈ, ਗਾਵੋ ਪੜੋ ਸੁਣੋ ਨਿਤ ਭਾਈ। ਹੁਣ ਉੱਥੇ ਵੀ ਗੁਰੂ ਨੇ ਕਿਹਾ ਵੀ ਨਿੱਤ ਕਰਮ ਕਰਨਾ। ਚਲੋ ਅੱਗੇ ਆਪਣੀ ਮਰਜ਼ੀ ਹੈ ਵੀ ਗੁਰੂ ਨੇ ਸਾਨੂੰ ਨਿੱਤ ਦੀ ਗੱਲ ਕਹੀ ਆ, ਰੋਜ਼ ਦੀ ਗੱਲ ਕਹੀ ਆ, ਵਾਰ-ਵਾਰ ਦੀ ਗੱਲ ਕਹੀ ਆ, ਸੁਬਹ ਸ਼ਾਮ ਦੀ ਗੱਲ ਕਹੀ ਆ, ਉਹ ਤੋਂ ਅਸੀਂ ਛੁਟਕਾਰਾ ਨਾ ਪਾਈਏ, ਭਾਵੇਂ ਦੁੱਖ ਤੇ ਭਾਵੇਂ ਸੁੱਖ ਹੋਵੇ। ਹੁਣ ਇੱਥੇ ਗੁਰੂ ਸਾਹਿਬ ਨੇ ਸਾਨੂੰ ਕੀ ਕਹਿ ਦਿੱਤਾ, ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਅਬਚਲ ਨਗਰ, ਇਹ ਪਿੱਛੇ ਵਿਚਾਰ, ਅਬਚਲ ਨਗਰ ਗੋਬਿੰਦ ਗੁਰੂ ਕਾ, ਉਹਦੀ ਚੱਲ ਰਹੀ ਹੈ ਕਿਉਂਕਿ ਅੱਜ ਲਾਸਟ ਵਾਲਾ ਪਦ ਹੈਗਾ। ਇੱਥੇ ਪਾਤਸ਼ਾਹ ਜੀ ਕਹਿੰਦੇ ਫਿਰ ਤਾਂ ਤੂੰ ਅਬਚਲ ਨਗਰ ਬਣਾ ਸਕਦਾ ਆਪਣੇ ਆਪ ਨੂੰ, ਜੇ ਤੂੰ ਆਪਣੇ ਅੰਦਰ ਰੋਜ਼ ਨਿਤ ਦਿਹਾੜੇ ਗੁਰੂ ਦਾ ਗਿਆਨ ਇਕਾਗਰ ਚਿੱਤ ਕਰਕੇ ਪਾਵੇਂਗਾ ਤਾਂ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸਰਬ ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜੂ ਤੇਰੀ। ਸਰਬ ਵਿਆਪਕ ਪਰਮਾਤਮਾ ਅਕਾਲ ਦੇ ਨਾਲ ਡੂੰਘੀ ਸਾਂਝ, ਡੂੰਘੀ ਤੋਂ ਭਾਵ ਬਹੁਤ ਜ਼ਿਆਦਾ, ਜਿਹਨੂੰ ਆਪਾਂ ਕਹਿੰਦੇ ਨੇ ਪੱਕੀ ਦੋਸਤੀ। ਦੁਨੀਆ ਦੀ ਦੋਸਤੀ ਤਾਂ ਕੱਚੀ ਆ ਨਾ, ਅੱਜ ਕੁਝ ਹੋਰ ਪੱਖ ਆ, ਕੱਲ ਨੂੰ ਕੁਝ ਹੋਰ ਪੱਖ ਹੋਵੇਗਾ। ਦੁਨੀਆ ਦੀ ਦੋਸਤੀ ਲਾਲਚ ਦੀ ਦੋਸਤੀ ਆ, ਕੁਛ ਮਿਲਦਾ ਮੇਰਾ ਤੂੰ ਬਹੁਤ ਦਿਲ ਦਾ ਮਿੱਤਰ ਆ, ਕੁਝ ਮਿਲਣੋਂ ਹਟ ਗਿਆ ਤਾਂ ਮਿੱਤਰਤਾ ਟੁੱਟ ਜਾਂਦੀ ਆ। ਭਾਵੇਂ ਅਜਮਾ ਕੇ ਵੇਖ ਲਓ, ਆਪਾਂ ਨਿੱਕੀ ਨਿੱਕੀ ਗੱਲ ਤੇ ਇਸ ਗੱਲ ਦੀ ਵਿਚਾਰ ਕਰ ਸਕਦੇ ਹਾਂ। ਹੁਣ ਇੱਥੇ ਗੁਰੂ ਸਾਨੂੰ ਰੋਜ਼ ਬਖਸ਼ਿਸ਼ਾਂ ਕਰਦਾ। ਚਲੋ ਗੁਰੂ ਕੋਲੇ ਭਾਵੇਂ ਅਸੀਂ ਲਾਲਚ ਕਰਕੇ ਆ ਜਾਈਏ ਖਾਣ ਦਾ, ਗੁਰੂ ਕੋਲੇ ਲਾਲਚ ਕਰਕੇ ਆ ਜਾਈਏ ਕੁਝ ਦਾਤਾ ਮੰਗਣ ਦਾ, ਗੁਰੂ ਕੋਲੇ ਕੁਝ ਲਾਲਚ ਕਰਕੇ ਆ ਜਾਈਏ ਤੰਦਰੁਸਤੀ ਲੈਣ ਦਾ। ਮੰਗਦੇ ਆ ਨਾ ਆਪਾਂ 1-2 ਰੁਪਈਆਂ 'ਚ 10 ਰੁਪਈਆਂ 'ਚ ਤੰਦਰੁਸਤੀ, ਆਉਣ ਜਾਣ ਸਾਡਾ ਠੀਕ, ਦਿਹਾੜਾ ਸਾਡਾ ਠੀਕ, ਰਾਤ ਸਾਡੀ ਸੌਖੀ ਗੁਜ਼ਰੇ। ਮਤਲਬ ਗੁਰੂ ਕੋਲੇ ਭਾਵੇਂ ਅਸੀਂ ਲਾਲਚ ਕਰਕੇ ਆ ਜਾਈਏ, ਪਰ ਚੇਤਾ ਰੱਖਿਓ ਗੁਰੂ ਨਾਲ ਦਿਲ ਦੀ ਸਾਂਝ ਜ਼ਰੂਰ ਹੋਣੀ ਚਾਹੀਦੀ ਆ। ਕੋਈ ਗੱਲ ਨਹੀਂ, ਬੱਚਾ ਗਾ ਲਾਲਚ ਕਰਕੇ ਪੜ੍ਹਨ ਜਾਂਦਾ ਗਾ, ਤੇ ਪਰ ਪੜ੍ਹਦਾ ਪੜ੍ਹਦਾ ਇੱਕ ਦਿਨ ਲਾਲਚ ਤੋਂ ਪਾਸੇ ਹੋ ਜਾਂਦਾ, ਪਰ ਬਹੁਤ ਵੱਡਾ ਅਫਸਰ ਬਣ ਜਾਂਦਾ। ਇੱਕ ਦਿਨ ਆਵੇਗਾ ਅਸੀਂ ਵੀ ਕੁਛ ਮੰਗਣੋਂ ਹਟ ਜਾਵਾਂਗੇ, ਫਿਰ ਅਸੀਂ ਕੇਵਲ ਤੇ ਕੇਵਲ ਉਸ ਪਦਵੀ ਤੇ ਪਹੁੰਚ ਜਾਵਾਂਗੇ ਜਿਸ ਪਦਵੀ ਤੇ ਅੱਜ ਨੌਜਵਾਨ ਪਹੁੰਚ ਗਿਆ, ਵੱਡਾ ਅਫਸਰ ਬਣ ਗਿਆ। ਇਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰੋਜ਼ ਭਾਈ ਫਿਰ ਉਸ ਨਿਤ ਦਿਹਾੜੇ ਪਰਮਾਤਮਾ ਪਰਮੇਸ਼ਰ ਦੇ ਨਾਲ ਜੁੜਿਆ ਕਰ, ਧਿਆਨ ਉਹ ਪਰਮਾਤਮਾ ਦੇ ਨਾਲ ਲਾਇਆ ਕਰ, ਉਹ ਪਰਮਾਤਮਾ ਦੇ ਨਾਲ ਜੁੜ ਕੇ ਗਿਆਨ ਪ੍ਰਾਪਤ ਕਰਿਆ ਕਰ। ਪਹਿਲੀ ਪੰਕਤੀ ਦੀ ਵਿਚਾਰ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਅਨਹਦ ਚੋਜ ਭਗਤ ਭਵ ਭੰਜਨ, ਅਨਹਦ ਬਾਜੈ ਧੁਨੀਐ ਰਾਮ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ, ਕਹਿੰਦੇ ਸੰਤ ਜਨਾਂ ਦੇ ਉਸ ਸਰੀਰ ਵਿੱਚ, ਜਿਸ ਸਰੀਰ ਨੂੰ ਗੁਰੂ ਸਾਹਿਬ ਨੇ ਅਬਚਲ ਨਗਰ ਦਾ ਖਿਤਾਬ ਦੇ ਦਿੱਤਾ, ਉਸ ਸਰੀਰ ਦੇ ਵਿੱਚ ਰੋਜ਼ ਨਿਤ ਦਿਹਾੜੇ ਇੱਕ ਪਰਮਾਤਮਾ ਧੁਨੀ ਪੈਦਾ ਕਰ ਦਿੰਦਾ ਗਾ। ਸੋ ਵਾਹਿਗੁਰੂ ਭਲਾ ਕਰੇ। ਤੁਸੀਂ ਸਾਰੇ ਸਮਝਦਾਰ ਸਿਆਣੇ ਹੋ। ਸਾਡੇ ਬਹੁਤੇ ਅਣਜਾਣ ਪੱਖ ਦੇ ਵਿੱਚ ਇਹ ਫੈਸਲਾ ਲੈ ਲੈਂਦੇ ਨੇ ਵੀ ਜਿਹੜੀ ਅਨਹਦ ਧੁਨ ਆ ਨਾ, ਉਹ ਕੋਈ ਅੰਦਰ ਰੌਲਾ ਪੈਂਦਾ ਹੋਊਗਾ,
ਤੇ ਵਾਹਿਗੁਰੂ ਭਲਾ ਕਰੇ ਮੇਰੇ ਆ ਕੰਨਾਂ ਨਾਲ ਮੈਂ ਖੁਦ ਆਪ ਇਹ ਗੱਲ ਸੁਣੀ ਆ ਅੱਖਾਂ ਦੇ ਨਾਲ ਖੁਦ ਇਹ ਗੱਲ ਦੇਖੀ ਆ। ਕੋਈ ਵਿਅਕਤੀ ਰੱਬੀ ਪਿਆਰਾ ਜਿਨ੍ਹਾਂ ਵੀਰਾਂ ਤੇ ਸਤ ਸੰਗਤ ਨੂੰ ਵਿਸ਼ਵਾਸ ਹੁੰਦਾ ਵੀ ਇਹ ਗੁਰੂ ਦੇ ਸੇਵਕ ਨੇ, ਜਿਨ੍ਹਾਂ ਤੇ ਵਿਸ਼ਵਾਸ ਆ ਨਾ ਸਾਨੂੰ, ਜਿਨ੍ਹਾਂ ਤੇ ਸਾਨੂੰ ਸਰੀਰਾਂ ਤੇ ਵਿਸ਼ਵਾਸ ਆ ਨਾ, ਉਹ ਸਰੀਰ ਕੀ ਕਹਿੰਦੇ ਨੇ, ਤੁਹਾਡੇ ਅੰਦਰ ਇੱਕ ਧੁਨ ਵੱਜਣ ਲੱਗ ਜੂਗੀ। ਜ਼ਿਕਰ ਕੀ ਕਰਦੇ ਨੇ, ਤੁਹਾਡੇ ਅੰਦਰ ਸਾਡੇ ਅੰਦਰ ਮਤਲਬ ਇੱਕ ਆਵਾਜ਼ ਆਉਣ ਲੱਗ ਜੂ। ਵਾਹਿਗੁਰੂ ਭਲਾ ਕਰੇ ਉਹ ਆਵਾਜ਼ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਆਵੇਗੀ ਜਿਹੜੀ ਆਵਾਜ਼ ਦੀ ਗੱਲ, ਜਿਹੜੀ ਟੈਂ ਟੈਂ ਦੀ ਗੱਲ ਉਹ ਕਰਦੇ ਨੇ। ਸੋ ਆਵਾਜ਼ ਕਿਹੜੀ ਆ ਉਹ? ਚਲੋ ਇਹ ਆਪਾਂ ਕਿਸੇ ਵੀਰ ਨੂੰ ਨਹੀਂ ਪੁੱਛਣੀ, ਇਹ ਆਪਾਂ ਗੁਰੂ ਨੂੰ ਪੁੱਛਣੀ ਆ। ਇੱਥੇ ਦੱਸੋ ਪਾਤਸ਼ਾਹ, ਪੰਜਵੇਂ ਪਾਤਸ਼ਾਹ ਕਿਰਪਾ ਕਰਨਗੇ। ਉਹ ਆਵਾਜ਼ ਹੈ ਤਾਂਗ ਦੀ। ਹੁਣ ਤਾਂਗ ਦੀ ਆਵਾਜ਼ ਕਿਵੇਂ ਬਣ ਗਈ? ਅਸੀਂ ਸ਼ਾਮ ਨੂੰ ਭੋਜਨ ਪਾਣੀ ਛਕ ਕੇ ਦਿਨ ਦੀ ਆਪਣੀ ਸਾਰੀ ਕਿਰਤ ਕਰਕੇ ਆਰਾਮ ਕਰਨ ਤੋਂ ਪਹਿਲਾਂ, ਸੌਣ ਤੋਂ ਪਹਿਲਾਂ ਜੋ ਸਾਡਾ ਨੇਮ ਆ, ਸਿਮਰਨ ਕਰਕੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਇੱਕ ਅਰਦਾਸ ਕਰਦੇ ਆ। ਰੱਬੀ ਪਿਆਰਿਆਂ ਦੇ ਬੋਲ ਹੁੰਦੇ ਨੇ, ਹੇ ਵਾਹਿਗੁਰੂ ਮੇਰਾ ਅੰਮ੍ਰਿਤ ਵੇਲਾ ਮੇਰੀ ਝੋਲੀ ਦੇ ਵਿੱਚ ਪਾ ਦੇਵੀਂ, ਇਹ ਨਾ ਹੋਵੇ ਅੰਮ੍ਰਿਤ ਵੇਲਾ ਮੇਰਾ ਖੁੰਝ ਜੇ। ਅੱਛਾ, ਉਹ ਸੁਪਨੇ ਦੇ ਵਿੱਚ ਵੀ। ਸੋ ਵਾਹਿਗੁਰੂ ਕਿਰਪਾ ਕਰੇ, ਭਲਾ ਕਰੇ ਸਾਡਾ ਸਾਰਿਆਂ ਦਾ, ਵੀ ਗੁਰੂ ਪਾਤਸ਼ਾਹ ਦੀ ਐਸੀ ਕਿਰਪਾ ਹੋਈ, ਉਹ ਦੋ ਬੋਲ ਬੋਲੇ ਨੇ, ਉਹ ਅੰਦਰ ਤਾਂਗ ਬਣ ਗਈ ਵੀ ਮੈਂ ਅੰਮ੍ਰਿਤ ਵੇਲੇ ਤੇਰੇ ਨਾਲ ਜੁੜ ਜਾਵਾਂ। ਮਤਲਬ ਮੇਰਾ ਅੰਮ੍ਰਿਤ ਵੇਲਾ ਜਾਗਣਾ ਸੋਹਣਾ ਹੋਵੇ, ਮੈਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇਰੇ ਨਾਲ ਜੁੜਾਂ। ਅੰਦਰ ਦੀ ਤਾਂਗ ਉਹ ਇੱਕ ਸਾਰੀ ਰਾਤ ਧੁਨ ਖੜਕਦੀ ਰਹੀ। ਉਹ ਧੁਨ ਤੜਕੇ 2-2:30 ਵਜੇ ਵੱਜ ਪਈ, ਉੱਠ ਖੜ ਪਾਈ, ਉਹ ਬੋਲ ਪਈ ਇੱਕ ਧੁਨ। ਦੂਜੀ ਧੁਨ ਗੁਰੂ ਕੋਲੇ ਪਹੁੰਚ ਗਏ, ਗੁਰੂ ਨੇ ਗਿਆਨ ਦਿੱਤਾ, ਉਹ ਗਿਆਨ ਦੀ ਧੁਨ ਦਿਨੇ ਵੱਜਦੀ ਰਹੀ। ਅੱਜ ਮੇਰੇ ਗੁਰੂ ਨੇ ਮੈਨੂੰ ਆਹ ਦੱਸਿਆ। ਮੰਨ ਲਓ ਗੁਰੂ ਨੇ ਦੱਸਤਾ ਵੀ ਚੋਰੀ ਨਾ ਕਰੀ, ਗੁਰੂ ਨੇ ਦੱਸਤਾ ਨਿੰਦਿਆ ਚੁਗਲੀ ਨਾ ਕਰੀ, ਗੁਰੂ ਨੇ ਦੱਸਤਾ ਧੋਖਾ ਨਾ ਕਰੀ, ਗੁਰੂ ਨੇ ਦੱਸਤਾ ਚਲਾਕੀ ਨਾ ਕਰੀ। ਇਹ ਗਿਆਨ ਚ ਗੁਰੂ ਨੇ ਦੱਸਤਾ ਨਾ, ਇਹ ਧੁਨ ਹੁਣ ਦਿਨੇ ਵੱਜਦੀ ਰਹੀ। ਮੇਰੇ ਅੰਦਰ ਚੁਗਲੀ ਕਰਨ ਦਾ ਖਿਆਲ ਆਇਆ, ਗੁਰੂ ਨੇ ਰੋਕਤਾ ਦਿਨੇ ਮੈਨੂੰ। ਦਿਹਾੜੀ ਚਲੋ ਆਪਾਂ ਨੂੰ ਕਈ ਵੀਰ ਭੈਣਾਂ ਮਿਲ ਜਾਂਦੇ ਨਾ ਵੀ ਚਲੋ ਆਪਾਂ ਜਿੱਥੇ ਆਪਣੀਆਂ ਦੁਨਿਆਵੀ ਗੱਲਾਂ ਕਰ ਲੈਂਦੇ, ਉੱਥੇ ਵੱਧ ਘੱਟ ਗੱਲ ਵੀ ਹੋ ਜਾਂਦਾ। ਤਾਈਓ ਰੱਬ ਦੇ ਪਿਆਰੇ ਦੁਨੀਆ ਨਾਲੋਂ ਪਾਸਾ ਵੱਟ ਜਾਂਦੇ ਨੇ। ਇਸੇ ਕਰਕੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਉੱਥੇ ਸਮਝ ਗਏ ਨਾ, ਦਿਨੇ ਮੇਰੇ ਅੰਦਰ ਚੋਰੀ ਕਰਨ ਦਾ ਖਿਆਲ ਆਇਆ ਵੀ ਚਲੋ ਕੋਈ ਨਾ, ਕਿਹੜਾ ਕੋਈ ਹੈਗਾ ਦੇਖਦਾ ਆਪਾਂ ਨੂੰ, ਚੋਰੀ ਕਰ ਲਾ। ਨਹੀਂ, ਗੁਰੂ ਬੋਲ ਪਿਆ। ਸੁਬਾਹ ਦੀ ਸੁਣੀ ਹੋਈ ਵਿਚਾਰ ਚੋਂ ਕੁਝ ਹਿੱਸਾ ਸਾਡੇ ਅੰਦਰ ਬੋਲ ਪਿਆ, ਉਹ ਧੁਨ ਕੰਮ ਕਰ ਗਈ। ਉਹ ਧੁਨ ਪਿਆਰ ਦੀ ਧੁਨ ਸੀ। ਅੱਗੇ ਮੇਰੇ ਅੰਦਰ ਮੇਰੀ ਮਾਂ ਨਾਲ, ਮੇਰੇ ਪਿਓ ਨਾਲ, ਮੇਰੀ ਸੱਸ ਨਾਲ, ਮੇਰੇ ਸਹੁਰੇ ਨਾਲ, ਮੇਰੀਆਂ ਦਰਾਣੀਆਂ ਜਠਾਣੀਆਂ ਦੇ ਨਾਲ, ਜਾਂ ਮੇਰੇ ਭਰਾਵਾਂ ਦੇ ਨਾਲ ਥੋੜੀ ਥੋੜੀ ਲੜਾਈ ਚੱਲਦੀ ਸੀ। ਹੁਣ ਮਨ ਦੇ ਵਿੱਚੋਂ ਖਿਆਲ ਹੀ ਨਿਕਲ ਗਿਆ, ਛੱਡ ਖੜਾ ਇੱਥੇ ਕੀ ਆ। ਗੁਰੂ ਨੇ ਦੱਸਤਾ ਨਾ ਭਾਈ ਲੜਿਆ ਨਾ ਕਰ, ਰਹਿਣ ਦੇ, ਇਹ ਦੁਬਾਰਾ ਜ਼ਿੰਦਗੀ ਨਹੀਂ ਮਿਲਣੀ। ਚਲੋ ਕਹਿਣ ਤੋਂ ਭਾਵ ਆਪਾਂ ਸਮਝ ਗਏ ਵੀ ਗੁਰੂ ਨੇ ਸਾਨੂੰ ਗਿਆਨ ਦਿੱਤਾ, ਉਹ ਗਿਆਨ ਦੇ ਰਾਹੀਂ ਅਸੀਂ ਆਪਣੀ ਦਿਹਾੜੀ ਨੂੰ ਸਵਾਰ ਲਿਆ, ਸਾਫ਼ ਕਰ ਲਿਆ। ਨਹੀਂ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਵੇਗੀ। ਇਹ ਧੁਨ ਫਿਰ ਪਿਆਰ ਦੀ ਧੁਨ ਅੰਦਰ ਪੈਦਾ ਹੋ ਗਈ। ਸਾਰਿਆਂ ਨਾਲ ਪਿਆਰ ਮੁਹੱਬਤ ਸਾਰਿਆਂ ਦੇ ਨਾਲ ਹੋ ਗਿਆ। ਮਤਲਬ ਮੈਨੂੰ ਕੋਈ ਬੇਗਾਨਾ ਨਹੀਂ ਲੱਗਦਾ। ਚਲੋ ਮੈਂ ਕਿਸੇ ਨੂੰ ਭਾਵੇਂ ਬੇਗਾਨਾ ਲੱਗਾ, ਪਰ ਮੈਨੂੰ ਕੋਈ ਨਹੀਂ ਲੱਗਦਾ। ਇਹ ਗੁਰੂ ਨੇ ਮੱਤ ਦਿੱਤੀ ਸੀ, ਇਹ ਧੁਨ ਗੁਰੂ ਸਾਹਿਬ ਅੰਦਰ ਪੈਦਾ ਕਰ ਦਿੰਦੇ ਨੇ। ਫਿਰ ਇੱਥੇ ਲਿਖਿਆ ਨਾ, ਅਨਹਦ ਚੋਜ। ਫਿਰ ਬੰਦਾ ਚੋਜ ਕਰਦਾ। ਮੇਰੇ ਵਾਹਿਗੁਰੂ ਦਾ ਸੁਭਾਅ ਵੀ ਹੈ ਨਾ, ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਗੋਇੰਦਾ। ਤੇ ਆਪਾਂ 10ਵੇਂ ਪਾਤਸ਼ਾਹ ਨੂੰ ਤਾਂ ਕਹਿੰਦੀ ਚੋਜੀ ਪ੍ਰੀਤਮਾ। ਫਿਰ ਬੰਦਾ ਵੀ ਚੋਜ ਕਰਦਾ। ਚੋਜ ਤੋਂ ਭਾਵ ਉਹ ਕਲੋਲਾ ਨਹੀਂ ਜਿਹੜੀਆਂ ਸੰਸਾਰ ਕਰਦਾ, ਉਹ ਕਲੋਲਾ ਨਹੀਂ ਜਿਹੜੀਆਂ ਦੁਨੀਆ ਦੇ ਲੋਕ ਰੱਬ ਨਾਲੋਂ ਗੁਰੂ ਨਾਲੋਂ ਟੁੱਟ ਕੇ ਕਰਦੇ ਨੇ। ਤੇ ਇਹ ਚੋਜ ਕਿਹੜੇ ਨੇ? ਇਹ ਚੋਜ ਇਹ ਆ, ਬੰਦਾ ਆਪਣੀ ਜ਼ਿੰਦਗੀ 'ਚ ਫਿਰ ਚੰਗੇ ਕੰਮਾਂ ਦਾ ਪ੍ਰੈਕਟੀਕਲ ਕਰਨ ਲੱਗ ਜਾਂਦਾ ਹੈਗਾ। ਅਨਹਦ ਚੋਜ ਭਗਤ ਭਵ ਭੰਜਨ। ਗੁਰੂ ਪਾਤਸ਼ਾਹ ਜੀ ਕਹਿੰਦੇ, ਸਰੀਰ ਨਗਰ ਵਿੱਚ ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਨੇ ਐਸੀ ਅੰਦਰ ਬਰਕਤ ਪਾ ਦਿੱਤੀ ਕਿ ਉਹ ਨਿਤ ਦਿਹਾੜੇ ਆਪਣੀ ਜ਼ਿੰਦਗੀ ਨੂੰ ਅਨਹਦ ਧੁਨ ਨਾਲ ਜੋੜ ਕੇ ਬਤੀਤ ਕਰਦੇ ਨੇ। ਫਿਰ ਅਨਹਦ ਬਾਜੇ ਧੁਨੀਆਂ ਰਾਮ, ਉਹ ਧੁਨੀ ਨੂੰ ਰੋਜ਼ ਸੁਣਦੇ ਨੇ, ਉਹ ਧੁਨੀ ਨੂੰ ਵਿਸਾਰਦੇ ਨਹੀਂ ਹਨ। ਧੁਨੀ ਤੋਂ ਭਾਵ ਹੁੰਦਾ ਆਵਾਜ਼।
वो आवाज़ गुरु वालों मिली हुई आवाज़ नूं रोज़ सवारदे ने। फिर अगे पातशाह जिक्र करते ने, अनहद झुणकारे तत विचारे। बड़ी वधिया गल कही आ 3 नंबर पंक्ति दे विच, अनहद झुणकारे। हुण गुरु साहब ने जिहड़ी गल कही है ना, अनहद झुणकारे दा अर्थ की बन गया? गुरु पातशाह जी कहंदे ना, साडे अंदर उस वाहिगुरु परमेश्वर परमात्मा ने एक ऐसी धुन पैदा की है, झुणकारे मेरे अंदर 24 घंटे की बनिया रहिंदा। हुण सतगुरु पातशाह जी कहंदे मेरे अंदर 24 घंटे कीर्तन हुंदा रहिंदा हैगा। अनहद झुणकारे कीर्तन। हुण गुरु पातशाह जी कहंदे मेरे अंदर कीर्तन हुंदा रहिंदा। हुण आपां सोचांगे भी साडे संसार दी क्रिया अनुसार जिहड़ा कीर्तन आ ना, जो असीं सुणदे हां वेखदे हां, ਉਹ ਇਹ ਕਿਰਿਆ ਵੀ ਸਾਜ਼ਾਂ ਰਾਹੀਂ ਹੁੰਦਾ। तबला, हारमोनीयम, कोई ढड्ड, सरंगी, इदां दे साजां नाल हुंदा ना, जिन्हां नूं आपां ताती साज कह दिंदे आ, उन्हां नाल कीर्तन हुंदा साडी भाषा मुताबक। पर गुरु कहंदा भी रब्बी प्यारिਆਂ दे अंदर अनहद झुणकारे, झुणकारे तो मतलब कीर्तन। कहंदे परमात्मा दे प्यारिਆਂ अंदर हर वक्त कीर्तन हुंदा रहिंदा। हुण आपां सोचांगे भी साडे अंदर कोई साज तां है ही नहीं गा, भी साडे अंदर कीर्तन किवें होवेगा? ते कीर्तन दा जदों आपां पंजवें पातशाह नूं गुरु नानक साहिब नूं अर्थ पुछांगे, वो कीर्तन दा अर्थ की करदे ने? रब्बी कीर्ति। रब्बी कीर्ति आपां कल्ले बैठ के भी कर सकते हैं। रब्बी कीर्ति 5-7 भैण भरावां दा ग्रुप भी कर सकदा। रब्बी कीर्ति साजा राही भी कर सकते हैं। रब्बी कीर्ति किसी नूं कुछ खुआ के भी कर सकते हैं। रब्बी कीर्ति किसी नूं कुछ लोड़वंद नूं कुछ दे के भी कर सकते हैं। रब्बी कीर्ति असीं आ जो विचार हो रही है ना, ये विचार राही भी कर सकते हैं। रब्बी रब, कीर्ति कीर्ति तो भाव जस, परमात्मा दा जस। हुण कई बार किसे नूं भाई गुरदास ने लिखिया ना, जिहड़े रब्बी प्यारे हुंदे ने हत्थों दे के भला मनावे। भाई गुरदास जी कहंदे ना, कई बार हत्थों कुछ दे के बंदा सकून प्राप्त करदा भी मैं कुछ कीता, चंगा कीता। जिहड़ा अंदर ये ख्याल बन गया ना कुछ चंगा कीता, ये रब्बी कीर्ति आ। कुछ खुआ के भी सकून प्राप्त हुंदा गा, कुछ पढ़ के, कुछ बोल के, कुछ सुन के, कुछ गा के। ते कीर्तन की परिभाषा समझ गए ना? कीर्तन केवल साजां राही बोल बोलिया नूं नहीं कहा जांदा गा। कीर्तन विचार भी कीर्तन आ, किसी दी कुछ लोड़ पूरी करनी भी कीर्तन आ। सत संगियां विच भैणां भाईयां विच बैठ के आपस विच उस अकाल पुरख वाहिगुरू दी चर्चा करनी, वो भी कीर्तन आ। आपां कल्ले बैठ के भी कर सकते हैं, 2 भी कर सकते हैं, 4 भी, 100 भी, 1000 भी। एक गुरु पातशाह ने सानू बाणी दी दात बख्शिश कीती, तुसीं बड़े वारी वो पंक्ति सुनी होवेगी, कल युग मह कीर्तन प्रधाना। हुण उस पंक्ति नूं जदों कीर्तन शुरू कीता हुंदा ना, तकरीबन बहुत वारी पढ़िया जांदा गा। हुण अर्थ की बन गए उहदे? हुण कलयुग मह कीर्तन प्रधाना, ते ज्यादातर साडे संसार दे विच कीर्तन नूं मानता दित्ती भी आ। वैसे गुरु कृपा करे, गुरु नानक साहब नूं जदों आपां वेखदे आ ना अपनी अखां दे नाल, वो भी भाई मरदाना जी नूं नाल लेके गए ने कीर्तन करन वास्ते। मरदाना जी नाल लेके गए ना। हुण जिहड़ा गुरु नानक साहब दा कीर्तन करन दा आगाज़ आ, उन्हां दी रीत आ, आपां वो वेखणी। एक तां एक आपां अपनी वेखणी आ। दोने पक्षां नूं देखना जरूर वेखियो, ध्यान नाल वेखियो। चलो साडे समाज दे विच कीर्तन नूं मानता गुरु ने भी कहता कलयुग मह कीर्तन प्रधाना, पर उहदे अर्थ की बन गए? कलयुग दा अर्थ कोई समा नहीं भी आपां कह दईए पहिलां द्वापर, त्रेतया, सतयुग जां हुण कलयुग चली जांदा भी आह कलयुग दे विच कीर्तन नूं मानता। साडे अंदर भी भावना नूं कीर्तन कराओ पुन्न मिलू ना, ये भावना गलत आ। कीर्तन करवाउणा गलत नहीं, पर जे भावना ये गलत आ, जे सुने ही नहीं
विचार ही नहीं कीती, कुछ बह के 10 मिनट वो अकाल पुरख वाहिगुरू दा शुक्र नहीं किया, फिर तो कोई मतलब नहीं रह गया। चलो अर्थ की बन गए। गुरु नानक साहब उस पंक्ति दी सानू खुराक की दिंदे ने, खुराक अर्थ खुराक। हुण खुराक ये आ कलयुग दा अर्थ आ निगरी हुई हालत, मतलब घटिया जीवन। घटिया जीवन नू निगरी हुई हालत आपां कह दिंदे आ। गिरिया होया मनुख, गिरे हुए जीवन दे विच रब्बी कीर्ति शुरू करती ना, रब दा भाव जस करना शुरू कर दिता, उदों की हुंदागा तैनू ओ कीर्ति ने प्रधान बना देना। प्रधान तो अर्थ हुंदा मन्निया परमन्निया, प्रधान दा अर्थ मन्निया परमन्निया। जिहड़ा भाव दुनिया दे विच मोढी होके अपना नाम खट जे, माड़े कम्मां च नहीं चंगे कम्मां च। बाणी च भी लिखिया ना, संत जना मिल हर जस गायो, रब्बी प्यारिਆਂ ਦੇ ਨਾਲ मिल के हर जस गाउणा। ਉਹ ਸਾਡੀ दुनिया कुछ बाहर आ ते कुछ साडे अंदर आ। ਉਹ ਆਪਾਂ ਅੱਗੇ ਪਾਤਸ਼ਾਹ ਨੂੰ ਪੁੱਛਾਂਗੇ ਵੀ ਅੰਦਰ ਤੇ ਬਾਹਰ ਕਿਵੇਂ ਆ। ਇੱਥੇ ਹੁਣ ਅਰਥ ਕੀ ਬਣ ਗਏ ਵੀ ਨਿਗਰੀ ਹੋਈ ਹਾਲਤ ਵਿੱਚ ਜਦੋਂ ਅਸੀਂ ਰੱਬ ਦੀ ਕੀਰਤੀ ਕਰਾਂਗੇ, ਰੱਬ ਨਾਲ ਜੁੜ ਜਾਵਾਂਗੇ, ਫਿਰ ਭਾਈ विधि चंद बन जावांगे। विधगे चोर तो, फिर भूमिए चोर तो भाई भूमिया जी बन जावांगे। फिर सदने कसाई तो भगत सदना जी बन जावांगे। फिर सज्जन ठग तो भाई सज्जन बन जावांगे। उन्हां दी निगरी हुई हालत में उन्होंने रब की कीर्ति करनी शुरू करती। कीर्तन ये नहीं भी साजां नाल कीर्तन करन नूं कीर्तन कहागा, चलो वो एक अलग विशा। गुरु नानक साहब ने भी कीर्तन किया, बाणी रागां विच गाई है सारी गुरु नानक साहब ने। पर कीर्तन गाउण दा करन दा ढंग की सी? सब तो पहला मनुखी सुभाग आ कि बंदा कोई किसी तरह का साज वजदा सुने, सुभावक बंदे दा मन कीलिया जांदा। कोई भी साज बजे ना, कुदरती गल आ, बंदे दा ध्यान वो साज दी धुन ते चला जावे, आवाज ते चला जावे, बंदा सुनन दे लई मजबूर हो जांदा भी सुन। जदों बंदा सुनने के लिए मजबूर हो गया ना, फिर गुरु नानक साहब बंदे नूं कील के, साज नाल कील के, फिर उदों बाद विचार दा टीका लाउंदे सी। बस आ तरीका से उन्हां दा कीर्तन करन दा। ये नहीं वाहिगुरू भला करे जो मैं लफ्ज इत्थे वरतांगा ना बुरा ना मनायो, ये नहीं भी 2-4 घंटे गुरु साहब शोर पा के मुड़ जांदे सी। आ कीर्तन नहीं सी। बीन बजाई, सप आ गया, सप कीलिया गया, कीलिया गया ना, बीन रखती, सप नूं सिर तो फड़ लिया। आ तरीका सी गुरु नानक साहब दा कीर्तन करन दा। इदों अगे अर्थ अगे विचार तुसीं खुद कर लिओ। गुरु नानक साहब ने कीर्तन शुरू किया, भाव साज बजाउणे शुरू कीते। भैड़े तो भैड़ा मनुख आया, विद्वान तो विद्वान बंदा आया, आम बंदा आया, खास आया, कीलिया गया। उस बाद गुरु साहब ने साज साइड ते रखिया, फिर विचार दसते भी तुहाडे इत्थे आउण दा मतलब की आ, तुसीं करना की आ। बस इन्ना ही काम सी, इस तों वध के कुछ नहीं सीगा। साज हेठा ते गुरु दी आवाज उपर सी। अज उल्टी कहानी हो गई, आवाज थल्ले आ, साज उत्ते आ। चलो इन्नी गल आपां इधरों सुन ली। हुण पातशाह ने इत्थे जिक्र कीता सी, अनहद चोज भगत भव भंजन, अनहद बाजे धुनिया राम, अनहद चुणकारे, चुणकारे तो भाव कीर्तन, अनहद चुणकारे ते अगे की लिखियागा तत विचारे। जिहड़ी गल आपां कर ली, अनहद चुणकारे कीर्तन कर, पर कला साजा तक ही सीमित ना रह जी। तत्त विचारे, तत्त दी विचार करी। विचार जरूरी आ, उदों तो खुंझ ना जाई। कल्ले साज रह गए ना, विचार खत्म हो गई, जिंदगी बर्बाद हो जानी आ। साजां तो बाद विचार तक पहुंच जी। ठीक है ना। जे कोई बंदा कवे भी मैं जहाज ते चढ़ गया, किसी देश विदेश में अपनी मंजिल ते पहुंचना गा, ते जहाज ते चढ़ के कवे मैं अपनी मंजिल ते पहुंच गया, तो हुण तुसीं खुद अंदाजा लाओ भी ओदा ये सुपना सही आ जां गलत आ। गलती कहांगे ना भी तू जहाज ते बैठांगा, अपनी मंजिल ते तां पहुंचना तैं हजे। तू बस दे विच गड्डी दे विच बैठ गया, बैठ के मंजिल नहीं प्राप्त होई। जदों तू अपनी थां ते पहुंच गया ना, बख्शिश
अपनी मंजिल दा पात्र तद बनेगा। हुण गुरु साहब कहंदे विचार कीर्तन इनू सुनिया, एक गड्डी आ, रस्ते दे विच सानू पगडंडी मिल गई, राह मिल गया, ये राह ते आपां तुर के अपनी मंजिल तक पहुंच जाना तत् विचार दे राही। अनहद चुणकारे तत् विचारे, फिर गुरु साहब ने अगे की कहा ना, तत् विचारे गोष्ठ नित कीजै। माफ करना, साडे समाज दे विचों गोष्ठ वाला पक्ष खत्म। अज किसी वीर ने बड़ा सोहना कहा सी, कहंदे खालसा गुरु साहब ने बहुत बड़ी बख्शिश है जिहड़ी साडी झोली दे विच पाई है। खालसा छोटा मोटा उदा नहीं। उदाहरण मान लो, किसी ने नंबरदार बनना होवे ना, सारे टब्बर दा, रिश्तेदारां दा, भैन भाइयां दा, दोस्त मित्रां दा जोर लग जांदा, पैर दे अंगूठे तो सिर तक। सरपंच बनना होवे, नक नाल लकीरां निकल जांदियां, पता ही है ना। MLA बनना होवे, पता किन्ना जोर लगदा। आ सारे रौले जिन्ने रौले चलदे ना, सारे कुर्सी दे नेगे। उन्हें झंडा चढ़ाता, उन्हें चढ़ाया नहीं गया, वो बस लीडरी दा रौला सारा भी मेरी ठुक चलनी सी, मेरी तो खत्म हो गई। चलो वाहिगुरू भला करे। मतलब कोई भी अहुदा व्यक्ति ने, मान लो मेरे ते ला लो, अहुदा प्राप्त करना तो बंदे नूं बड़ा जोर लाउणा पैंदा। पर प्यार वालों, कदे चेता रखियो, जिहड़ी बख्शिश गुरु ने सानू दिता ना, जिहड़ा अहुदा, जिहड़ा नाम, जिहड़ा रुतबा सानू दिता ना, खालसा, ते तुसीं ऐ ला लो भी इहदे पिछे जोर किन्ना लग्या होना। मामूली रैंक प्राप्त करन दे लई किन्ना जोर लगदा, ते जिहड़ा खालसा लफज साडी झोली विच पाया ना, ते ध्यान मार के वेखो इहदे ते किन्ना जोर लग्या होना। किहदा? जिहने दिता, जिहने ये रुतबा सानू दिता गा। हुण खालसे ने दुनिया दे विचों नराले काम करने ने। खालसा नराला ना, दुनिया दे विचों नराले काम। हुण आपां कल सुनिया सी भी कुछ पंछी ओ ने जिहड़े थां ले गए इस जगत विच ना, उन्हां नूं विशेष थां मिल गई। बाज नूं इस जगत विच विशेष थां मिली हुई आ। केवल गुरमत के अनुसार देखिए ना, आपां गुरु गोबिंद सिंह महाराज जी दे नाल ज्यादातर वाज हुंदा सी। 7वें पातशाही बाज रखदे, 6वें पातशाही बाज रखदे सी, ते 10वें पातशाह नूं तां आपां कहने बाजां वाला। हुण ओ बाज दा कारण उच गुण ने, वो गुण तुसीं सारे जाणदे हो, बहुत बारी आपां विचार कीती आ। उहने जो काम करने सारे पंछियां नालों वखरे करने ने, ताईं 10वें पातशाह ने नाम रखिया सी होर पंछियां नाल यारियां कोई शौक नहीं है। पंछियां नाल यारियां कोई शौक नहीं, बस एक संकेत सी जो मैं पैदा कीता ना, उहदा जीवन बाज वर्गा। जेड़े खालसे नूं मैं बख्शिश कीती है ना, खालसा बनाया गा, ते उहदा जीवन शेर वर्गा। नाम दे पिछे सिंह लाता। 1699 दे विच सिंह दी पदवी मिली आ। सिंह लफज पहलां भी वरतिया जांदा सी, पर 1699 दे विच परमानेंट तौर ते मिलिया सानूं, पक्के तौर ते। कुछ संकेत ने इस गल विच, पर जिहड़ी गल आपां कहणी चाहुंदे सी, भाव खालसे ने दुनिया चों नराले काम करने सी। नराला काम की, सब तो नराला काम करना की सीगा? वो आ सी जिहड़ा गुरु साहब ने इत्थे लिखिया, गोष्ठ नित कीजै। हुण थोड़ा जिहा हैरानीजनक नतीजा निकलू इत्थों। असीं गुरु नानक साहब ने सानू एक संकेत दिता गा, लोड़वंद दी मदद करके, भोजन खुआ के, नंगियां नूं कपड़े पवा के, उन्हां नूं सही रस्ते ते तोरना। वो संकेत दे दिता। ते चेता रखियो, अज केवल कल्ले लंगर करके खालसे दा पूरी दुनिया च नाम मशहूर आ। पूरी दुनिया च पिछे जो हालात बीते ने, लंघे ने, चाहे वो कोरोना सी, चाहे कुछ होर सी, कुछ भी सी, तां आपां निगाह मार के देखो, केवल साडे गुरु वल्लों बख्शिश कीता होया लंगर, भाव केवल ते केवल शरीर दी खुराक ने पूरी दुनिया दे विच खालसे दा नाम चमकाया गा। काश कदे असीं पूरी दुनिया विच विचार दा लंगर ला दिंदे, नाम इदों भी 100 गुणा वध के चमकना सी।
ਗੱਲ ਇੱਥੇ ਆ। ਕੱਲਾ ਆਪਾਂ ਇੱਕੋ ਹੀ ਪੁਆਇੰਟ ਲੈਤਾ ਗਾ, ਉਹ ਸੌਖਾ ਸੀ ਤਾਂ ਉਹ ਲੈ ਲਿਆ ਆਪਾਂ ਪੁਆਇੰਟ, ਲੈ ਲਿਆ ਨਾ। ਹੁਣ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਜਿੱਥੇ ਨਿੱਤ ਲੰਗਰ ਲਾਉਣਾ ਨਾ ਉੱਥੇ ਨਿੱਤ ਗੋਸ਼ਟ ਆਪ ਵੀ ਕਰ, ਗੋਸ਼ਟ ਮੀਨਸ ਚਰਚਾ ਆਪ ਵੀ ਕਰ ਤੇ ਹੋਰਾਂ ਨੂੰ ਕਰਨ ਦੀ ਆਦਤ ਵੀ ਪਾ। ਫਿਰ ਦੇਖੀ ਦੁਨੀਆ ਦੇ ਵਿੱਚ, ਜਿਵੇਂ ਆਪਾਂ ਕੱਲ ਸੁਣਿਆ, ਨਿੱਤ ਨਿੱਤ ਚੜ੍ਹੈ ਸਵਾਇਆ, ਫਿਰ ਦੁਨੀਆ ਦੇ ਵਿੱਚ ਰੰਗ ਦੇਖੀ ਤੈਨੂੰ ਚੜ੍ਹਦੇ। ਅੱਜ ਜਿੱਥੇ ਕਮਜ਼ੋਰੀ ਆ ਨਾ, ਜੇ ਲੜਾਈ ਆ ਸਿਰਫ ਵਿਚਾਰ ਤੋਂ ਹੀਣੇ ਹੋਣ ਕਰਕੇ ਲੜਾਈ ਆ। ਜਿੱਦੇ ਵਿਚਾਰ ਕਰਨ ਦਾ ਚਾਅ ਪੈਦਾ ਹੋ ਗਿਆ ਨਾ, ਲੜਾਈ ਖਤਮ ਆ, ਮਤਭੇਦ ਖਤਮ ਆਗਾ। ਜਿਹਦੇ ਵਿਚਾਰ ਕਰਨ ਦਾ ਸਾਨੂੰ ਅੰਦਰੋਂ ਚਾਅ ਪੈਦਾ ਹੋ ਗਿਆ। ਚਲੋ ਕਹਿਣ ਤੋਂ ਭਾਵ ਗੁਰੂ ਸਾਹਿਬ ਨੇ 3 ਨੰਬਰ ਪੰਕਤੀ ਦੇ ਵਿੱਚ ਬੜੀ ਸੋਹਣੀ ਵਿਚਾਰ ਦਿੱਤੀ ਆ, ਅਨਹਦ ਝੁਣਕਾਰੇ। ਝੁਣਕਾਰੇ ਤੋਂ ਭਾਵ ਤੁਸੀਂ ਸਮਝ ਗਏ, ਕੀਰਤਨ ਕਰਨਾ। ਤਤ ਵਿਚਾਰੇ, ਤਤ ਦੀ ਵਿਚਾਰ ਕਰਨੀ ਆ। ਗੋਸ਼ਟ ਚਰਚਾ, ਵਿਚਾਰ ਰੋਜ਼ ਕਰਨੀ ਹੈ। ਗੋਸ਼ਟ ਨਿਤ ਕੀਜੈ, ਗੁਰੂ ਸਾਹਿਬ ਜੀ ਕਹਿੰਦੇ ਨਿਤ ਗੋਸ਼ਟ ਕਰਨੀ ਆ। ਨਿਤ ਗੋਸ਼ਟ ਹੋਵੇ, ਰੋਜ਼ ਗੋਸ਼ਟੀ ਕਰਨੀ ਆ। ਤੇ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਨੇ 5 ਭੌਤਿਕ ਸਰੀਰ ਛੱਡਣ ਤੱਕ ਗੋਸ਼ਟੀ ਕਰਨੀ ਬੰਦ ਨਹੀਂ ਕੀਤੀ, ਚਰਚਾ ਕਰਨੀ ਬੰਦ ਨਹੀਂ ਕੀਤੀ। ਹੁਣ ਇੱਥੇ ਸਾਡਾ ਸਵਾਲ ਹੈ, ਗੁਰਬਾਣੀ ਪਾਸੇ ਆ, ਆਪਾਂ ਗੁਰਬਾਣੀ ਤੋਂ ਬਾਹਰ ਆ ਕੇ ਸਵਾਲ ਕੀਤਾ, ਕੀ ਫਾਇਦਾ? ਤੇ ਚੇਤਾ ਰੱਖਿਓ, ਜਿਵੇਂ ਆਪਾਂ ਆਰੰਭ ਦੇ ਵਿੱਚ ਅੱਜ ਗੱਲ ਕੀਤੀ ਹੈ ਨਾ, ਰੋਜ਼ ਸਰੀਰ ਨੂੰ ਖੁਰਾਕ ਦਿੰਨੇ ਆ ਤਾਂ ਸਰੀਰ ਵਿੱਚ ਤਾਕਤ 'ਚ ਵਾਧਾ ਹੁੰਦਾ ਗਾ। ਚੰਗਾ ਭੋਜਨ ਦੇਣਾ ਸਰੀਰ ਨੂੰ, ਸਰੀਰ ਵਿੱਚ ਤਾਕਤ ਵਿੱਚ ਵਾਧਾ ਹੁੰਦਾ। ਜੇ ਕੋਈ ਕਵੇ ਭੋਜਨ ਖਾਣ ਦਾ ਕੀ ਫਾਇਦਾ, ਤੇ ਹੁਣ ਤੁਹਾਡੇ ਸਾਰਿਆਂ ਕੋਲੇ ਜਵਾਬ ਇਸ ਗੱਲ ਦਾ। ਭੋਜਨ ਛੱਡ ਦੋ, ਕੁਝ ਦਿਨਾਂ ਦੇ ਵਿੱਚ ਸੀੜੀ ਤੇ ਪੈ ਜਾਵਾਂਗੇ, ਕੁਝ ਦਿਨਾਂ ਵਿੱਚ ਚੀਖਾ ਵਿੱਚ ਚਿਣੇ ਜਾਵਾਂਗੇ, ਮਰ ਜਾਵਾਂਗੇ। ਕਹਿਣ ਤੋਂ ਭਾਵ ਭੋਜਨ ਛੱਡ ਦੋ। ਹੁਣ ਇੱਥੇ ਸਵਾਲ ਕੀਤਾ, ਗੋਸ਼ਟੀ ਦਾ, ਚਰਚਾ ਦਾ, ਵਿਚਾਰ ਦਾ ਕੀ ਫਾਇਦਾ? ਆਪਾਂ ਹੀ ਸਵਾਲ ਕੀਤਾ ਨਾ। ਅੱਛਾ, ਸਵਾਲ ਦਾ ਜਵਾਬ ਕੀ ਆ? ਉਹ ਆਰੰਭ ਦੇ ਵਿੱਚ ਅੱਜ ਸੁਣਿਆ, ਜਿਵੇਂ ਰੋਜ਼ ਸਰੀਰ ਨੂੰ ਭੋਜਨ ਦੀ ਲੋੜ ਆ ਨਾ, ਇਵੇਂ ਜਿਵੇਂ ਰੋਜ਼ ਸਾਡੀ ਜਿੰਦ ਨੂੰ ਖੁਰਾਕ ਦੀ ਲੋੜ ਆ। ਸਾਡੀ ਜਿੰਦ ਨੂੰ ਰੋਜ਼ ਖੁਰਾਕ ਦੀ ਲੋੜ ਆ। ਰੋਜ਼ ਖੁਰਾਕ ਜਿੰਦ ਨੂੰ ਨਾ ਦਈਏ ਤੇ ਜਿੰਦ ਮਰ ਜਾਂਦੀ। ਜਿੰਦ ਮਰਨ ਤੋਂ ਭਾਵ ਜ਼ਮੀਰ ਮਰ ਜਾਂਦੀ ਆ। ਜ਼ਮੀਰ ਨੂੰ ਜਾਗਦੇ ਰੱਖਣ ਦੇ ਲਈ ਗੁਰੂ ਚਰਚਾ ਦੀ ਜ਼ਰੂਰਤ ਹੈ। ਬਸ ਇਹਦਾ ਸਵਾਲ ਦਾ ਜਵਾਬ ਆਗਾ। ਇਸੇ ਕਰਕੇ ਅੱਜ ਸਾਡੇ ਸਮਾਜ ਵਿੱਚ ਥੋੜਾ ਬਹੁਤਾ ਜੋ ਹੈ ਨਿਘਾਰ ਹੈ, ਵੀ ਅਸੀਂ ਚਰਚਾ ਤੋਂ ਹੀਣੇ ਆ। ਜੋ ਆਪਾਂ ਰਲੇ ਬੈਠੇ ਆ, ਸਾਰੇ ਚਰਚਾ ਕਰਦੇ ਆ। ਚੇਤਾ ਰੱਖਿਓ, ਚਾਹੇ ਆਪਣੇ ਨਾ ਘੰਟੇ ਦੀ ਵਿਚਾਰ ਵਿੱਚ ਕੁਝ ਵੀ ਪੱਲੇ ਨਹੀਂ ਪਿਆ, ਇੱਕ ਮੇਰੇ ਅੰਦਰ ਦਾ ਖਿਆਲ ਆ, ਜ਼ਰੂਰ ਇੱਕ ਗੱਲ ਤੁਹਾਨੂੰ ਰੋਜ਼ ਦੀ ਵਿਚਾਰ ਚੋਂ ਚੰਗੀ ਲੱਗੂਗੀ। ਸਾਰੀ ਵਿਚਾਰ ਨੂੰ ਆਪਾਂ ਛੱਡ ਦੋ, ਵੀ ਸਾਰੀ ਵਿਚਾਰ ਵਿੱਚੋਂ ਮੈਨੂੰ ਕੋਈ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ। ਇੱਕ ਗੱਲ ਜ਼ਰੂਰ ਨਵੀਂ ਚੇਤੇ ਰਹਿ ਜੂ ਆਪਣੇ। ਇੱਕ ਤਾਂ ਚੇਤੇ ਰਹਿ ਸਕਦੀ ਹੈ ਨਾ, ਇੱਕ ਚੇਤੇ ਰਹਿ ਗਈ, ਰੋਜ਼ ਖੁਰਾਕ ਮਿਲਣ ਲੱਗ ਗਈ। ਰੋਜ਼ ਦੀ ਖੁਰਾਕ ਸਾਡੇ ਜੀਵਨ ਨੂੰ ਭਾਈ ਉੱਚਾ ਬਣਾ ਦਿੰਦੀ ਆ, ਸਾਡੇ ਅਧਿਆਤਮਕ ਤਲ ਤੇ ਵਿਕਾਸ ਕਰਦੀ ਹੈ, ਸਾਨੂੰ ਅੰਦਰੂਨੀ ਤਲ ਤੇ ਤਾਕਤਵਰ ਬਣਾ ਦਿੰਦੀ ਆ। ਅੱਗੇ ਪਾਤਸ਼ਾਹ ਜੀ ਫਿਰ ਜ਼ਿਕਰ ਕਰਦੇ ਨੇ, ਹਰ ਨਾਮ ਅਰਾਧੇ, ਨਾਮ ਅਰਾਧੇ, ਨਾਮ ਧਿਆਉਣਾ, ਅਰਾਧਨਾ, ਅੰਤਰ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ। ਹੁਣ ਨਾਮ ਅਰਾਧੇ, ਮੈਲ ਸਭ ਕੱਟਹਿ, ਕਿਲ ਵੇਖ ਸਗਲੇ ਖੋਵੈ। ਭਾਵ ਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਜਦੋਂ ਨਾਮ ਅਰਾਧੇਗਾ, ਗਿਆਨ ਪ੍ਰਾਪਤ ਕਰੇਗਾ, ਮੈਲ ਕੱਟੀ ਜਾਊਗੀ। ਮੈਲ ਸਭ ਕੱਟੇ, ਸਾਰੀ ਮੈਲ ਕੱਟੀ ਜਾਊ। ਕਈ ਵਾਰ ਆਪਣੇ ਸਾਡੇ ਸਾਰਿਆਂ ਦਾ ਖਿਆਲ ਹੁੰਦਾ ਗਾ, ਸਰੀਰ 'ਚ ਤਾਕਤ ਹੋਵੇ ਤਾਂ ਬਿਮਾਰੀ ਵੀ ਕੁਛ ਨਹੀਂ ਕਹਿੰਦੀ, ਤੇ ਜੇ ਸਰੀਰ 'ਚ ਤਾਕਤ ਨਹੀਂ ਨਾ ਹੈ ਤਾਂ ਬਿਮਾਰੀ ਵੀ ਉੱਤੋਂ ਦੀ ਪੈ ਜਾਂਦੀ ਆ। ਕਈ ਵਾਰ ਕਮਜ਼ੋਰ ਬੰਦੇ ਨੂੰ ਬਿਮਾਰੀ ਘੱਟ ਹੁੰਦੀ ਆ, ਪਰ ਸਰੀਰਕ ਕਮਜ਼ੋਰੀ ਕਰਕੇ ਉਹ ਬਿਮਾਰੀ ਉਹਨੂੰ 100% ਲੱਗਦੀ ਆ, ਵੀ ਮੈਂ ਬਸ ਖਤਮ ਹੋ ਜੂ, ਮਰ ਜੂੰਗਾ, ਹੁਣ ਮੇਰਾ ਸਰੀਰ ਖਤਮ ਆਗਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਵਿਚਾਰ ਦੀ ਤਾਕਤ ਆ ਗਈ ਨਾ, ਤੇ ਜਿਹੜੀਆਂ ਵਿਸ਼ੇ ਵਿਕਾਰਾਂ ਦੀਆਂ ਬਿਮਾਰੀਆਂ ਨੇ, ਇਹ ਤੈਨੂੰ ਕੁਛ ਵੀ ਨਹੀਂ ਕਹਿਣਗੀਆਂ, ਗਰੰਟੀ ਆ। ਇਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਫਿਰ ਤੇਰੇ ਜੀਵਨ ਦੇ ਵਿੱਚੋਂ ਨਾ ਮੈਲ ਆ ਜਿਹੜੀ ਉਹ ਕੱਟੀ ਜਾਣੀ ਹੈ, ਸਾਰੀ ਮੈਲ ਕੱਟੀ ਜਾਣੀ ਹੈ। ਅੱਗੇ ਪਾਤਸ਼ਾਹ ਕਹਿੰਦੇ, ਕਿਲ ਵੇਖ ਸਗਲੇ ਖੋਵੇ, ਕਿਲ ਵੇਖ ਸਗਲੇ ਖੋਵੇ। ਕਿਲ ਵੇਖ ਤੋਂ ਭਾਵ ਹੁੰਦਾ ਪਾਪ। ਪਾਪ ਤੇਰੀ ਜ਼ਿੰਦਗੀ 'ਚ ਸਾਰੇ ਖਤਮ ਹੋ ਸਕਦੇ ਨੇ। ਇਹ ਕਿਵੇਂ ਖਤਮ ਹੋ ਜਾਣਗੇ? ਆਪਣੇ ਆਪ ਨੂੰ ਗੁਰੂ ਅੱਗੇ ਆ ਕੇ ਕੀ ਕਹਿਣਾਗਾ, ਮੈਂ ਨਚੀਜ਼ ਹਾਂ, ਮੈਂ ਨੀਵਾਂ ਹਾਂ,
तू उच्चा है। किसी कवि ने भी लिखा मैं नीवा मेरा मुर्शद उच्चा, लिखिया ना उन्हें बड़े प्यार दे विच भेज के, मैं नीवा मेरा मुर्शद मेरा मालक उच्चा। पर आपां उच्चे ना पढ़ीए। कदे साडे जीवन विच ख्याल आ जावे मन नीवा मत उच्ची, पर अज साडा जिहड़ा सुभाग आ वो मन उच्चा हो गया, मत आ जिहड़ी वो नीवी हो गई। एक ना शेख शादी होए ने, उन्हां नूं उन्हां दे चेलियां ने सेवकां ने कह लो एक प्रश्न किया। सेवक कहंदे ना उस्ताद जी असीं तुहानूं एक गल पुछनी चाहुंदे आ, दसो गल इह आ तुसीं खुश बहुत रहंदे हो, तुसीं बहुत ज्यादा खुश रहंदे हो, इन्ने खुश क्यों रहंदे हो? असीं तुहाडे सेवकां तुहाडे चेले आ, असीं भी खुश नहीं हां, असीं खुश नहीं हां। हालांकि जिहो जिहा गुरु दा सुभाਅ ना चेलियां दा सुभाਅ उहो जिहा हुंदा गा, साडे च खुशी नहीं है। शेख शादी फिर हस पिया, उन्हां दी गल सुण के ना वो फिर मुस्करा पिया ते मुस्करा के उन्हें हत्थां दे नाल ना थल्लों मिट्टी चक ली, मिट्टी चक के कहंदा आ मिट्टी दी वजह करके मैं खुश हां। उन्हां दा जवाब दिता आ मिट्टी चक के ना आ मिट्टी दी वजह करके मैं खुश हां। ये मिट्टी बोलदी आ, ये मैनू कुछ कह रही आ, ये तुहानू भी कुछ कह रही आ, पर बेटा अजे तक तुसी मिट्टी दी गल नहीं सुनी, अजे तक तुसी लोकां दी गल ही सुनदे हो। फर्क पै गया ना, लोकां दी गल सुनांगे ते रोना साडी जिंदगी च आउणा सुभाविक आ। लोक रवाउंदे ने हसाउंदे नहीं, ਇਹਦਾ दुख ਦਿੰਦੇ जिन्ना ਦਿੰਦੇ ਨੇ ਕਿ ਵੀ ਭਾਵ जिन्ना हो सकदा बंदे नूं जलील करो दुखी करो। सो वाहिगुरू भला करे। शेख साधी दे बोल ने उन्हें मिट्टी चक के कहंदा पुत्र जी आ मिट्टी करके मैं खुश हां। वो कहंदे बाबा असी तेरी गल दा जवाब समझ नहीं सके, सानू थोड़ा जा विस्तार विच समझाओ, मतलब सानू थोड़ा जा खोल के समझाओ। शेख साधी कहंदा ना एक दिन मैं मेरे घर वाली कोल बैठा सी ते बैठे बैठे दे अंदर एक ख्याल आया। मैं मिट्टी चक्की, मिट्टी चक के, क्योंकि जो बंदे दा जीवन तब्दील हुंदा गा वो तब्दील होण वाला दिन जिहड़ा सियाणा बंदा ना कदे भुलदा नहीं है। साडी जिंदगी च ना जिद्दे असीं शराब छड्डती अमृत छक लिया वो दिन याद रहूगा। साडी कौम तब्दील हुई 1699 च, पक्की मोहर लगी आ, साडे याद आ सारिआं दे 1 विसाख 1699 तब्दीली हुई है ना। गुरु नानक साहब ने जो जो प्रचारक दौरे कीते साडे ध्यान च ने, क्यों? क्योंकि वो दिनां दे विच गुरु साहब ने मनुखता नूं तब्दील करन वाला संदेश दिता। इवें कहांगे ना, इवें जिवें साडे घर दे विच जदों कोई भी कोई विशेष काम होवे जां असीं खुद तब्दील होईए, अपने आप नूं बदल गए भी अज असीं अमृत छक लिया, अज वाला दिन साडे लई बहुत वड्डे भागां वाला विशेष दिन आ। हुण शेख साधी कहंदा वो दिन मेरे याद आ, मैं मेरे घर वाली कोले बैठा ते कहंदा जदों बैठा ना मेरे मन च एक ख्याल आया, मिट्टी दिया पाविया तू है की। जो ख्याल आया ना कहंदा मैं कुदरती तौर ते कहंदा मिट्टी चक ली, मैं अपने आप नूं मिट्टी कहा, कुदरती तौर ते कहंदा मेरा हाथ मिट्टी तक पहुंच गया, मैं मिट्टी चक ली, अपने हाथ नाल मिट्टी चक के ना मैं मिट्टी नूं पुछया बोलिया, मैं कहा तू मुश्कियां अंबीरियां आतरा कीयां तू। जो मिट्टी चक के पूछा ना ये मतलब कि उन्हां दी भाषा मुताबक सेंट का नाम आ, जिन्हों आप अतर कह दें ना अतर का नाम आगा भी तू केड़ा अतर। जिवें अज भी अतर दी सीसियां ते लिखिया हुंदा ना भी फलानी कंपनी का वधिया हैगा जां घटिया हैगा, इदां दा सारा कुछ लिखिया हुंदा भी तू केड़ी अतर, गुलाब दे फुल दी, गेंदे दे फुल दी, चमेली दे फुल दी, केड़ी अतर तू, तेरे चों खुशबू बहुत आउंदी आ। मिट्टी दी खुशबू बहुत लेख लिखे हुए, कवितावां भी लिखियां हुई, मिट्टी बोल दी बड़े लेख बड़ियां कवितावां लिखियां हुई, मिट्टी बोल दी, मिट्टी बाजा मार दी,
ਇਹ ਵੀ ਬੜੀਆਂ ਕਵਿਤਾਵਾਂ, ਲੇਖ, ਸਟੋਰੀਆਂ ਬਣੀਆਂ ਹੋਈਆਂ ਸਾਡੇ ਸੰਸਾਰ ਵਿੱਚ। ਇੱਥੇ ਸ਼ੇਖ ਸਾਦੀ ਆਪਣੇ ਚੇਲਿਆਂ ਨੂੰ ਦੱਸਦਾ, ਕਹਿੰਦਾ ਉਹ ਮਿੱਟੀ ਬੋਲ ਪਈ, ਕਹਿੰਦੀ ਨਾ ਮੈਂ ਗੁਲਾਬ ਦਾ ਤਰਾਂ, ਨਾ ਮੈਂ ਚਮੇਲੀ ਦਾ ਤਰਾਂ, ਨਾ ਮੈਂ ਕੋਈ ਹੋਰ ਆਤਰਾ ਜਿਹੜਾ ਤੂੰ ਮੰਨਦਾ। ਕਹਿੰਦਾ ਮੈਂ ਪੁੱਛ ਲਿਆ, ਫਿਰ ਮੈਨੂੰ ਤੇਰੇ ਚੋਂ ਖੁਸ਼ਬੂ ਬਹੁਤ ਆਉਂਦੀ ਆ, ਤੇਰੇ ਚੋਂ ਖੁਸ਼ਬੂ ਆਉਂਦੀ ਆ, ਤੂੰ ਦੱਸ ਤੇਰੇ ਚੋਂ ਖੁਸ਼ਬੂ ਕਿਹੜੀ ਆ, ਕਾਹਦੀ ਆ, ਕਿਹੜੇ ਅਤਰ ਦੀ ਆ ਉਹ। ਕਹਿੰਦਾ ਫਿਰ ਉਹ ਮਿੱਟੀ ਨਾ ਅੱਗੇ ਬੋਲਦੀ ਆ, ਕਹਿੰਦੀ ਸਾਦੀ ਜੀ ਨਾ ਮੈਂ ਗੁਲਾਬ, ਨਾ ਮੈਂ ਚਮੇਲੀ, ਨਾ ਮੈਂ ਕੋਈ ਹੋਰ ਕਿਸੇ ਤਰ੍ਹਾਂ ਦੀ ਮੈਂ ਅਤਰ ਨਹੀਂ ਹਾਂ, ਨਾ ਹੀ ਮੈਂ ਆਪਣੇ ਆਪ ਨੂੰ ਸਮਝਦੀ ਆ। ਤੂੰ ਸਮਝਣਾ ਸਮਝ ਲਾ, ਉਹ ਤੇਰੀ ਮਰਜ਼ੀ ਆ, ਤੂੰ ਸਮਝਣਾ ਮੰਨਣਾ ਮੰਨ ਲਾ, ਪਰ ਮੈਂ ਨਹੀਂ ਆਪਣੇ ਆਪ ਨੂੰ ਮੰਨਦੀ ਵੀ ਮੈਂ ਕੋਈ ਅਤਰ ਆ। ਅੱਛਾ ਫਿਰ ਮੈਨੂੰ ਤੇਰੇ ਚੋਂ ਖੁਸ਼ਬੂ ਬਹੁਤ ਆਉਂਦੀ ਆ, ਦੱਸ ਤੇਰੇ ਚ ਖੁਸ਼ਬੂ ਕਾਹਦੀ ਆ। ਉਹ ਕਹਿੰਦੀ ਸਿਰਫ ਤੇ ਸਿਰਫ ਮੈਂ ਖੁਸ਼ਬੂ ਨਹੀਂ ਹਾਂ, ਮੈਂ ਨਚੀਜ ਹਾਂ। ਨਚੀਜ ਤੋਂ ਭਾਵ ਮੈਂ ਚੰਗਿਆਂ ਨੂੰ ਵੀ ਤੇ ਮੈਂ ਮੰਦਿਆਂ ਨੂੰ ਵੀ ਆਪਣੇ ਚ ਸਮੇਟ ਲੈਂਦੀ ਆ। ਮੈਂ ਲੋਕਾਂ ਦੀ ਚੰਗਿਆਈ ਵੀ ਹਜਮ ਕਰਦੀ ਆ, ਲੋਕਾਂ ਦੀ ਬੁਰਾਈ ਵੀ ਹਜਮ ਕਰਦੀ ਆ। ਚੰਗਿਆਈ ਵੀ ਹਜਮ ਕਰਦੀ ਆ ਨਾ, ਲੋਕਾਂ ਦੀ ਬੁਰਾਈ ਵੀ ਹਜਮ ਕਰਦੀ ਆ। ਜਿਉਂਦੇ ਜੀ ਲੋਕ ਮੇਰੇ ਤੇ ਰਹਿੰਦੇ ਨੇ, ਪਰ ਮਰਨ ਤੋਂ ਬਾਅਦ ਉਹਨਾਂ ਨੂੰ ਕਿਤੇ ਕੋਈ ਥਾਂ ਨਹੀਂ, ਮੈਂ ਆਪਣੀ ਹਿੱਕ ਖੋਲ ਕੇ ਰੱਖ ਦਿੰਨੀ ਆ ਤੇ ਮੇਰੇ ਵਿੱਚ ਸਮਾ ਜਾਂਦੇ ਨੇ, ਮੈਂ ਤਾਂ ਨਚੀਜ ਆ। ਕਹਿੰਦਾ ਮੇਰੀਆਂ ਅੱਖਾਂ ਚੋਂ ਹੰਝੂ ਡਿੱਗ ਪਏ। ਬੰਦਿਆ ਤੇਰੀ ਔਕਾਤ ਕੀ ਆ, ਤੇਰੇ ਕੋਲੇ ਕੀ ਆ? ਕਹਿੰਦਾ ਕੁਛ ਵੀ ਨਹੀਂ। ਕਹਿੰਦਾ ਜਦੋਂ ਮੇਰੀਆਂ ਅੱਖਾਂ ਚੋਂ ਪਾਣੀ ਵਹਿ ਤੁਰਿਆ ਨਾ, ਮਿੱਟੀ ਦੀਆਂ ਗੱਲਾਂ ਸੁਣ ਕੇ ਮਿੱਟੀ ਬੋਲ ਪਈ, ਮੈਂ ਨਚੀਜ ਆ। ਤੇ ਜਦੋਂ ਬੋਲ ਪਈ ਨਾ, ਉਸੇ ਦਿਨ ਤੋਂ ਮੈਂ ਆਪਣੇ ਆਪ ਨੂੰ ਵੱਡਾ ਵਿਦਵਾਨ ਨਹੀਂ ਮੰਨਿਆ, ਮੈਂ ਆਪਣੇ ਆਪ ਨੂੰ ਕੋਈ ਵੱਡਾ ਉਸਤਾਦ ਨਹੀਂ ਮੰਨਿਆ, ਮੈਂ ਆਪਣੇ ਆਪ ਨੂੰ ਕੋਈ ਵੱਡਾ ਪ੍ਰਧਾਨ ਨਹੀਂ ਮੰਨਿਆ, ਮੈਂ ਆਪਣੇ ਆਪ ਨੂੰ ਕੋਈ ਵੱਡਾ ਅਮੀਰ ਨਹੀਂ ਮੰਨਿਆ। ਮੈਂ ਉਸੇ ਦਿਨ ਤੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ, ਇਹ ਮਿੱਟੀ ਦੀ ਵਜ੍ਹਾ ਕਰਕੇ ਤੂੰ ਮਿੱਟੀ ਆ, ਆ ਮਿੱਟੀ ਨਾ ਹੁੰਦੀ ਤਾਂ ਤੂੰ ਵੀ ਨਹੀਂ ਸੀ ਹੁੰਦਾ। ਤੇ ਗੌਰ ਆਪਾਂ ਵੀ ਕਰ ਲਿਓ, ਸ਼ੇਖ ਸਾਦੀ ਦੇ ਬੋਲ ਨੇ ਗੁਰੂ ਸਾਹਿਬ ਨੇ ਬਾਣੀ 'ਚ ਵੀ ਦਰਜ ਕੀਤੇ ਨੇ। ਚਲੋ ਵਾਹਿਗੁਰੂ ਭਲਾ ਕਰੇ। ਹੁਣ ਜੇ ਆ ਮਿੱਟੀ ਨਾ ਹੁੰਦੀ ਨਾ, ਜਿਸ ਮਿੱਟੀ ਤੇ ਅਸੀਂ ਬਹਿੰਦੇ ਆ, ਜਿਸ ਮਿੱਟੀ ਤੇ ਅਸੀਂ ਗੰਦ ਪਾਉਂਦੇ ਆ, ਜਿਸ ਮਿੱਟੀ ਤੇ ਅਸੀਂ ਰਹਿ ਕੇ ਇਹ ਮਿੱਟੀ ਦੀ ਕਦਰ ਨਹੀਂ ਜਾਣਦੇ, ਜੇ ਇਹ ਮਿੱਟੀ ਨਾ ਹੁੰਦੀ ਤਾਂ ਚੇਤਾ ਰੱਖੋ ਅਸੀਂ ਵੀ ਨਹੀਂ ਹੋਣਾ ਸੀ। ਬਾਣੀ 'ਚ ਲਿਖਿਆ ਨਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਮਾਤਾ ਨੂੰ ਧਰਤੀ ਮਾਤਾ ਨੂੰ ਮਾਤਾ ਕਿਉਂ ਕਿਹਾਗਾ? ਇੰਨਾ ਕਹਿਣ ਦੇ ਨਾਲ ਗੱਲ ਨਹੀਂ ਬਣਨੀ ਵੀ ਧਰਤੀ ਮਾਤਾ ਦੀ ਜੈ, ਪਰ ਇਹ ਸੋਚਣਾ ਪਊ ਧਰਤੀ ਨਾਲ ਸਾਡਾ ਮਿਲਾਪ ਕੀ ਆ, ਸਾਡਾ ਸੰਬੰਧ ਕੀ ਆ। ਜਦੋਂ ਹੁਣ ਸ਼ੇਖ ਸਾਦੀ ਨੇ ਬੋਲੇ ਨਾ, ਉਹ ਕਹਿੰਦਾ ਫਿਰ ਮੇਰਾ ਧਿਆਨ ਮੇਰੇ ਜਨਮ ਤੋਂ ਪਹਿਲਾਂ ਮੈਂ ਕੀ ਸੀ ਉੱਥੇ ਚਲਾ ਗਿਆ। ਫਿਰ ਮੈਨੂੰ ਪਤਾ ਲੱਗਿਆ ਵੀ ਤੂੰ ਮਿੱਟੀ ਆ, ਤੂੰ ਹੈ ਕੁਛ ਨਹੀਂ। ਤੇ ਸਾਡਾ ਚੇਤਾ ਰੱਖਿਓ, ਕਿਸੇ ਵੀਰ ਨੇ ਬੜਾ ਸੋਹਣਾ ਲੇਖ ਲਿਖਿਆ, ਮਿੱਟੀ ਤੋਂ ਮਿੱਟੀ ਤੱਕ ਦਾ ਸਫ਼ਰ। ਸਾਡਾ ਸਾਰਿਆਂ ਦਾ ਮਿੱਟੀ ਤੋਂ ਮਿੱਟੀ ਤੱਕ ਦਾ ਸਫ਼ਰ ਆ। ਜੇ ਆ ਹੱਥ ਹਲਦਾ ਨਾ, ਇਹ ਮਿੱਟੀ ਦਾ ਹੱਥ ਹਲਦਾਗਾ, ਮਿੱਟੀ ਕਰਕੇ ਹਲਦਾਗਾ। ਚੇਤਾ ਰੱਖਿਓ, ਮਿੱਟੀ ਤੋਂ ਮਿੱਟੀ ਤੱਕ ਦਾ ਸਫ਼ਰ ਸਾਡੇ ਜਨਮ ਤੋਂ ਪਹਿਲਾਂ ਦੀ ਅਵਸਥਾ ਸਾਨੂੰ ਵੇਖਣੀ ਪਊ। ਅਸੀਂ ਜਨਮ ਤੋਂ ਪਹਿਲਾਂ ਕੀ ਸੀ? ਜੇ ਜਨਮ ਤੋਂ ਪਹਿਲਾਂ ਵੇਖਣਾ ਨਾ ਸੀ ਕੀ ਸੀ, ਤਾਂ ਗੁਰੂ ਦਾ ਗਿਆਨ ਲੈਣਾ ਪਊਗਾ। ਫਿਰ ਸ਼ੇਖ ਸਾਦੀ ਨੇ ਕੀ ਕਿਹਾ? ਕਹਿੰਦਾ ਮੈਂ ਤਾਂ ਖੁਸ਼ ਹਾਂ ਕਿਉਂਕਿ ਮੈਂ ਉਸੇ ਦਿਨ ਤੋਂ ਮਿੱਟੀ ਤੋਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਨਚੀਜ ਕਹਿਣਾ ਸ਼ੁਰੂ ਕਰ ਦਿੱਤਾ, ਆਪਣੇ ਆਪ ਨੂੰ ਵੱਡਾ ਨਹੀਂ ਕਿਹਾਗਾ। ਤੇ ਬਾਣੀ 'ਚ ਕੀ ਲਿਖਿਆ? ਹਰ ਜੀਓ ਨਿਮਾਣਿਆ ਤੂੰ ਮਾਨ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਸਾਨੂੰ ਨਚੀਜਾਂ ਨੂੰ, ਅਸੀਂ ਨਕੰਮਿਆਂ ਤੋਂ ਵੀ ਨਕੰਮੇ, ਚੀਜ਼ ਕਰੇ ਮੇਰਾ ਗੋਬਿੰਦ। ਤੇਰੀ ਕੁਦਰਤ ਕੋ ਕੁਰਬਾਨ। ਸਾਡੇ ਜ਼ੁਬਾਨ ਵਿੱਚ ਇਹ ਬੋਲ ਨਹੀਂ ਪੈਂਦੇ ਵੀ ਅਸੀਂ ਰੱਬ ਦੀ ਕੁਦਰਤ ਤੋਂ ਕੁਰਬਾਨ ਹੋ ਜਾਈਏ। ਅਸੀਂ ਜਿਹਨੇ ਸਾਨੂੰ ਨਚੀਜ ਤੋਂ ਚੀਜ਼ ਬਣਾ ਦਿੱਤਾ ਨਾ, ਨਚੀਜਿਆਂ ਤੂੰ ਚੀਜ਼ ਕਰੇ ਮੇਰਾ ਗੋਬਿੰਦ, ਨਚੀਜਾਂ ਨੂੰ ਇੱਕ ਨਮੂਨਾ ਬਣਾ ਦਿੱਤਾ। ਆ ਮਿੱਟੀ ਤੋਂ ਬੋਲਦੀ ਨਹੀਂ ਨਾ, ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਕਹਿੰਦੀ ਆ। ਸਾਡੇ ਪੈਰਾਂ ਥੱਲੇ ਤੁਰੀ ਫਿਰਦੀ ਆ, ਟੋਏ ਪੱਟਦੇ ਆ, ਬਹੁਨੇ ਆ, ਉਹਦੀ ਹਿੱਕ ਪਾੜ ਕੇ ਉਹਦੇ 'ਚ ਬੀਜ ਬੀਜਦੇ ਆ, ਉਹ ਕੁਛ ਦਿੰਦੀ ਆ। ਇਹ ਵਿਚਾਰੀ ਬੋਲਦੀ ਨਹੀਂ, ਸਾਨੂੰ ਸੁਣਦੇ ਨਹੀਂ ਇਹਦੇ ਬੋਲ, ਪਰ ਇਹ ਨਚੀਜ ਤੋਂ ਸਾਨੂੰ ਆ ਸਰੀਰ ਨਚੀਜ ਤੋਂ ਚੀਜ਼ ਬਣਾ ਦਿੱਤਾ ਗੁਰੂ ਨੇ, ਪਰਮਾਤਮਾ ਨੇ। ਨਚੀਜ ਕੀ ਆ? ਮਿੱਟੀ ਸਾਡੀ ਨਿਗਾਹ 'ਚ, ਤੇ ਚੀਜ਼ ਕੀ ਆ? ਅਸੀਂ ਮਿੱਟੀ ਦਾ ਹਿੱਸਾ ਆ ਸਰੀਰ ਤੇ ਆ ਗਏ, ਭੱਜੇ ਫਿਰਦੇ ਆ। ਬਾਣੀ 'ਚ ਵੀ ਲਿਖਿਆ ਨਾ, ਮਾਟੀ ਕਾ ਪੂਤਰਾ ਕੈਸੇ ਨਚਤ ਹੈ।
ਬਾਬਾ ਨਾਨਕ ਕਹਿੰਦਾ ਨਾ, ਕਹਿੰਦੇ ਮਿੱਟੀ ਦਾ ਬੰਦਾ ਦੇਖੋ ਕਿਵੇਂ ਭੱਜਿਆ ਫਿਰਦਾਗਾ। ਮਾਟੀ ਕਾ ਪੂਤਰਾ ਕੈਸੇ ਨਚਤ ਹੈ। ਇਹ ਮਿੱਟੀ ਬੋਲਦੀ ਨਹੀਂ, ਸਾਡਾ ਸਰੀਰ ਮਿੱਟੀ ਦਾ ਹਿੱਸਾ, ਇਹ ਧਰਤੀ ਤੇ ਆ ਕੇ ਬੰਦ ਨਹੀਂ ਹੁੰਦਾ, ਇੰਨਾ ਬੋਲਦਾ ਇਹ ਮਿੱਟੀ ਨੂੰ ਵੀ ਬੋਰ ਕਰ ਦਿੰਦਾਗਾ। ਫਿਰ ਸ਼ੇਖ ਸਾਦੀ ਜੀ ਕਹਿੰਦੇ ਨਾ, ਉਸੇ ਦਿਨ ਤੋਂ ਮੈਂ ਮਿੱਟੀ ਦੇ ਪੁਤਲੇ ਨੂੰ ਨੱਚਣੋਂ ਹਟਾ ਲਿਆ, ਇਹਨੂੰ ਟਿਕਾ ਲਿਆ, ਟਿਕਾ ਕੇ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ਤੂੰ ਨਚੀਜ਼ ਹੈ। ਨਚੀਜ਼ ਕਹਿਣ ਵਿੱਚ ਮੈਨੂੰ ਖੁਸ਼ੀ ਆ। ਮੈਨੂੰ ਆਪਣੇ ਆਪ ਨੂੰ ਨਾ ਅਮੀਰ ਕਹਿਣ 'ਚ, ਵਿਦਵਾਨ ਕਹਿਣ 'ਚ, ਆਪਣੇ ਆਪ ਨੂੰ ਗੁਰੂ ਕਹਿਣ 'ਚ ਖੁਸ਼ੀ ਨਹੀਂ, ਮੈਨੂੰ ਨਚੀਜ਼ ਕਹਿਣ 'ਚ ਵਿੱਚ ਖੁਸ਼ੀ ਆ। ਚਲੋ, ਇਹ ਸ਼ੇਖ ਸਾਦੀ ਦੇ ਆਪਣੇ ਚੇਲਿਆਂ ਨੂੰ ਦਿੱਤੀ ਹੋਈ ਮੱਤ ਸੀ ਤੇ ਗੁਰੂ ਸਾਹਿਬ ਨੇ ਨਾਲ ਸਾਨੂੰ ਸਮਝਾ ਦਿੱਤਾ। ਇੱਥੇ ਗੁਰਦੇਵ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸੀ, ਤਹ ਜਨਮ ਨਾ ਮਰਨਾ, ਆਵਣ ਜਾਣਾ, ਬਹੁੜ ਨਾ ਪਾਈਐ ਜੁਨੀਐ। ਫਿਰ ਸਾਡਾ ਜਨਮ ਮਰਨ ਜੂਨਾਂ ਦੇ ਵਿੱਚੋਂ ਉਹ ਪਾਤਸ਼ਾਹ ਨੇ ਗੇੜਾ ਜਿਹੜਾ ਉਹ ਕੱਟ ਦੇਣਾ ਹੈ। ਅੱਗੇ ਪਾਤਸ਼ਾਹ ਜ਼ਿਕਰ ਕਰਦੇ, ਨਾਨਕ ਗੁਰ ਪਰਮੇਸ਼ਰ ਪਾਇਆ, ਗੁਰੂ ਦੀ ਕਿਰਪਾ ਸਦਕਾ ਅਸੀਂ ਪਰਮੇਸ਼ਰ ਪਾ ਲਿਆ। ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇੱਛ ਪੁੰਨੀਐ। ਜਿਹਦੀ ਕਿਰਪਾ ਸਦਕਾ ਅਸੀਂ ਧਰਤੀ ਤੇ ਆਏ ਹਾਂ, ਧਰਤੀ ਤੇ ਆਉਣ ਨਾਲ ਉਸੇ ਨਾਲ ਸਾਡਾ ਸੰਬੰਧ ਬਣਿਆ, ਉਹਨੂੰ ਅਸੀਂ ਪਾ ਲਿਆ। ਨਾਨਕ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਪਾਈਐ, ਸੱਚ ਨੂੰ ਪਾ ਲਿਆ। ਸੱਚ ਨੂੰ ਪਾਉਣਾ ਕੀ ਹੈ? ਆਪਣੇ ਅੰਦਰੋਂ ਪਰਮਾਤਮਾ ਨੂੰ ਜਨਮ ਦੇਣਾ। ਦੁਨੀਆ ਦੀ ਕਰੀਬ ਤਾਂ ਵੈਸੇ ਅੱਜ ਦੀ ਵਿਚਾਰ ਆਪਣੀ ਹੋਣੀ ਨਹੀਂ, ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਆਪਾਂ ਕਰਨ ਦੀ। ਦੁਨੀਆ ਦਾ ਇੱਕ ਪੱਖ ਆ, ਪਿਓ ਪੁੱਤ ਦਾ ਨਾਂ ਰੱਖਦਾ ਹੁੰਦਾ, ਕਦੇ ਪੁੱਤ ਪਿਓ ਦਾ ਨਾਂ ਨਹੀਂ ਰੱਖਦਾ ਹੁੰਦਾਗਾ। ਇਹ ਰਿਵਾਜ ਆ ਨਾ ਦੁਨੀਆ ਦਾ। ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੱਸਦੀ ਆ, ਬੰਦਾ ਪੁੱਤ ਆ, ਪਰਮਾਤਮਾ ਪਿਓ ਆ। ਪਰ ਚੇਤਾ ਰੱਖਿਓ, ਪਰਮਾਤਮਾ ਪਿਓ ਦੇ ਨਾਂ ਪੁੱਤ ਨੇ ਰੱਖੇ ਨੇ, ਪਿਓ ਨੇ ਆਪਣੇ ਨਾਂ ਆਪ ਨਹੀਂ ਰੱਖੇ। ਗੁਰੂ ਕਿਰਪਾ ਕਰੇ, ਇੱਥੇ ਵਿਸਥਾਰ ਆਪਾਂ ਕੱਲ੍ਹ ਨੂੰ ਕਰਾਂਗੇ। ਅੱਜ ਦੀ ਵਿਚਾਰ ਇੱਥੇ ਸਮਾਪਤ ਆ। ਸੋ ਸਾਰੀ ਸੰਗਤ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ। ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤ